ਇੱਕ ਬਾਣੀ ਦਾ ਖਾਸ ਮੁਲਾਕਾਤ ਪ੍ਰੋਗਰਾਮ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਤੁਹਾਡੇ ਆਪਣੇ ਮੇਜ਼ਬਾਨ ਡਾਕਟਰ ਹਰਸਿਮਰਨ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਸ ਮੁਲਾਕਾਤ ਪ੍ਰੋਗਰਾਮ ਅਧੀਨ ਅੱਜ ਜਿਸ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਾਉਣ ਜਾ ਰਹੇ ਹਾਂ ਉਹ ਨਾ ਕੇਵਲ ਪੇਸ਼ੇ ਵਜੋਂ ਵਕੀਲ ਨੇ ਸਗੋਂ ਸਮਾਜਿਕ ਕਾਰਕੁਨ ਹੋਣ ਦੇ ਨਾਤੇ ਵੀ ਜਿੱਥੇ ਸਮਾਜ ਭਲਾਈ ਦੇ ਖੇਤਰ ਵਿੱਚ ਆਪਣੀਆਂ ਲਗਾਤਾਰ ਸੇਵਾਵਾਂ ਨਿਭਾ ਰਹੇ ਨੇ ਉੱਥੇ ਹੀ ਥੀਏਟਰ ਰੰਗਕਰਮੀ ਹੋਣ ਦੇ ਨਾਤੇ ਵੀ ਰੰਗਮੰਚ ਦੇ ਖੇਤਰ 'ਚ ਮੱਲਾਂ ਮਾਰ ਰਹੇ ਨੇ। ਮੈਂ ਮੁਖਾਤਿਬ ਹਾਂ ਐਡਵੋਕੇਟ ਬਰਕਤ ਕੌਰ ਹੋਰ ਰਤਨ ਪਾਸੋਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜੀ ਆਇਆਂ ਆਖਦਾ ਕਿ ਤੁਸੀਂ ਸਾਨੂੰ ਆਪਣਾ ਸਮਾਂ ਦਿੱਤਾ ਹੈ। ਪੇਸ਼ੇ ਵਜੋਂ ਤੁਸੀਂ ਵਕੀਲ ਹੋ ਔਰ ਸਮਾਜ ਦੇ ਭਲਾਈ ਖੇਤਰ ਵਿੱਚ ਵੀ ਆਪਣਾ ਨਿਰੰਤਰ ਤੌਰ 'ਤੇ ਜਿਹੜਾ ਯੋਗਦਾਨ ਆ ਉਹ ਪਾਉਂਦੇ ਆ ਰਹੇ ਹੋ। ਕਿਵੇਂ ਵੇਖਦੇ ਹੋ ਅੱਜ ਦਾ ਮਾਹੌਲ, 21ਵੀਂ ਸਦੀ ਦਾ ਮਾਹੌਲ, ਖਾਸ ਕਰਕੇ ਉੱਤਰ ਆਧੁਨਿਕ ਜਿਹਨੂੰ ਪੋਸਟ ਮਾਡਰਨਾਈਜੇਸ਼ਨ ਵੀ ਕਿਹਾ ਜਾ ਰਿਹਾ ਹੈ, ਅਜਿਹੇ ਦੌਰ ਵਿੱਚ ਅੱਜ ਦਾ ਨੌਜਵਾਨ ਕਿਸ ਦਿਸ਼ਾ ਵੱਲ ਜਾ ਰਿਹਾ? ਸਭ ਤੋਂ ਪਹਿਲੇ ਧੰਨਵਾਦ ਇਕਵਾਨੀ ਚੈਨਲ ਦਾ ਵੀ ਮੈਨੂੰ ਇੱਥੇ ਬੁਲਾਉਣ ਲਈ। ਅਤੇ ਤੁਸੀਂ ਯੂਥ ਦੀ ਗੱਲ ਕੀਤੀ ਹੈ। ਯੂਥ ਸਾਰਾ ਬਰਬਾਦ ਹੋ ਰਿਹਾ ਹੈ, ਸਾਰਾ ਦਾ ਸਾਰਾ ਕਸ਼ਮੀਰ ਦਾ ਜੋ ਮੈਂ ਆਪਣੀ ਅੱਖੋਂ ਵੇਖਿਆ ਹੈ। ਜਿਵੇਂ ਸਾਡੇ ਯੂਥ ਦੇ ਬੱਚੇ ਨੇ ਮੈਨੂੰ ਕਾਲ ਆਉਂਦੇ ਨੇ ਕੁੜੀਆਂ ਦੇ ਕਿ ਸਾਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ। ਜਿਵੇਂ ਛੋਟੇ ਕੁੜੀਆਂ ਛੋਟੇ ਹਜੇ ਪੜ੍ਹਦੇ ਹੋਏ ਅਫੇਅਰ 'ਚ ਚਲੇ ਜਾਂਦੇ ਨੇ, ਮਾਂ ਪਿਓ ਨੂੰ ਪਤਾ ਨਹੀਂ ਹੁੰਦਾ ਅਤੇ ਉਹਨਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ ਕਿ ਰਿਲੇਸ਼ਨਸ਼ਿਪ ਵਿੱਚ ਫੋਰਸਫੁਲੀ ਰਹੋ। ਮੈਨੂੰ ਕਿੰਨੇ ਕਾਲ ਆਉਂਦੇ ਨੇ ਕਿ ਅਸੀਂ ਪ੍ਰੋਬਲਮ 'ਚ ਹਾਂ, ਸਾਡੇ ਨਾਲ ਇਹ ਹੋ ਰਿਹਾ ਹੈ। ਤਾਂ ਸਭ ਤੋਂ ਪਹਿਲਾਂ ਦੁੱਖ ਦੀ ਗੱਲ ਤਾਂ ਇਹ ਹੈ ਕਿ ਮਾਂ ਪਿਓ ਨੂੰ ਦੱਸਣ ਲਈ ਉਹ ਡਰਦੇ ਨੇ। ਕਿਉਂਕਿ ਇਸ ਦਾ ਸਭ ਤੋਂ ਪਹਿਲਾ ਰੀਜ਼ਨ ਇਹ ਵੀ ਹੈ ਕਿ ਕਮਿਊਨੀਕੇਸ਼ਨ ਗੈਪ ਬਹੁਤ ਜ਼ਿਆਦਾ ਹੋ ਗਈ ਹੈ ਸਾਡੀ ਜਨਰੇਸ਼ਨ ਦੇ ਵਿੱਚ। ਜਿਵੇਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਦੇਖੋਗੇ ਕਿ ਹਰ ਘਰ ਵਿੱਚ 4 ਮੈਂਬਰ ਨੇ ਅਤੇ ਚਾਰਾਂ ਕੋਲ ਆਪਣੇ ਮੋਬਾਈਲ ਫੋਨ ਨੇ। ਅਗਰ ਇੱਕ ਭੈਣ ਦਾ ਮੂਡ ਵੀ ਖਰਾਬ ਹੈ ਤਾਂ ਉਹਨੂੰ ਸੋਸ਼ਲ ਮੀਡੀਆ, ਅਸੀਂ ਕਹਿ ਸਕਦੇ ਹਾਂ ਇੰਸਟਾਗ੍ਰਾਮ ਜਾਂ ਫੇਸਬੁੱਕ ਲੈ ਲਓ, ਉਸ ਦੇ ਥਰੂ ਪਤਾ ਚੱਲਦਾ ਹੈ ਕਿ ਓਕੇ ਮੇਰੀ ਭੈਣ ਦਾ ਮੂਡ ਖਰਾਬ ਹੈ। ਵਾਈ ਇੱਦਾਂ ਦਾ ਕਿਉਂ ਹੋ ਰਿਹਾ ਹੈ? ਕਿਉਂਕਿ ਮਾਂ ਪਿਓ ਆਪਣੇ ਲੱਗੇ ਹੋਏ ਨੇ ਫੋਨਾਂ ਵਿੱਚ, ਬੱਚੇ ਆਪਣੇ ਲੱਗੇ ਹੋਏ ਨੇ ਫੋਨਾਂ ਵਿੱਚ, ਇਸ ਕਰਕੇ ਡਿਪਰੈਸ਼ਨ ਵੀ ਬਹੁਤ ਜ਼ਿਆਦਾ ਪੈਦਾ ਹੋ ਰਿਹਾ ਹੈ। ਅਤੇ ਮੈਂ ਬਹੁਤ ਸਾਰੇ ਕੇਸਿਸ ਦੇਖੇ ਨੇ, ਸਾਡਾ ਯੂਥ ਡਰੱਗਸ 'ਚ ਬਹੁਤ ਜ਼ਿਆਦਾ ਜਾ ਰਿਹਾ ਹੈ। ਅਤੇ ਲੜਕੀਆਂ ਵੀ ਮੈਂ ਦੇਖੀਆਂ ਨੇ, ਸਰਦਾਰ ਕੁੜੀਆਂ ਮੁਸਲਿਮ ਕੁੜੀਆਂ ਨਾਲ ਮਿਲ ਕੇ ਸਿਗਰਟ ਫੂਕਦੀਆਂ ਹੋਈਆਂ, ਇਹੋ ਜਿਹੀ ਚੀਜ਼ਾਂ ਕਰਦੀਆਂ ਹੋਈਆਂ। ਅਤੇ ਮੈਂ ਬਹੁਤ ਦੁੱਖ ਦੀ ਗੱਲ ਹੈ, ਬਹੁਤ ਦੁੱਖ ਲੱਗਦਾ ਹੈ ਦੇਖਦੇ ਹੋਏ ਕਿ ਕੁੜੀਆਂ 4-4 ਦਿਨ ਘਰੋਂ ਕਹਿ ਕੇ ਬਾਹਰ ਰਹਿੰਦੀਆਂ ਨੇ ਅਤੇ ਮਾਂ ਪਿਓ ਪੁੱਛਦੇ ਵੀ ਨਹੀਂ ਕਿ ਤੁਸੀਂ ਕਿੱਥੇ ਹੋ, ਕਿੱਥੇ ਜਾ ਰਹੇ ਹੋ। ਮੈਂ ਇਹ ਨਹੀਂ ਕਹਿ ਰਹੀ ਕਿ ਆਪਣੇ ਬੱਚਿਆਂ ਨਾਲ ਸਟ੍ਰਿਕਟ ਰਹੋ, ਠੀਕ ਹੈ, ਉਹਨਾਂ ਨਾਲ ਫਰੈਂਡਲੀ ਰਹੋ ਤਾਂ ਕਿ ਉਹ ਸਭ ਕੁਝ ਤੁਹਾਡੇ ਨਾਲ ਆ ਕੇ ਸ਼ੇਅਰ ਕਰਨ, ਲੇਕਿਨ ਇੰਨੀ ਵੀ ਛੂਟ ਨਾ ਦਿਓ ਕਿ ਉਹ ਹੱਥੋਂ ਬਾਹਰ ਹੀ ਚਲੇ ਜਾਣ। ਅਤੇ ਇਹੋ ਜਿਹੇ ਕੇਸਿਸ ਆ ਰਹੇ ਨੇ ਕਿ ਮੈਂ ਆਪਣੀ ਅੱਖੋਂ ਵੇਖਿਆ ਨੇ। ਚਾਹੇ ਤੁਸੀਂ ਥੀਏਟਰ ਦੀ ਗੱਲ ਕਰੋ, ਚਾਹੇ ਤੁਸੀਂ ਵਕਾਲਤ ਦੀ ਗੱਲ ਕਰੋ, ਕਿਸੇ ਵੀ ਪ੍ਰੋਫੈਸ਼ਨ ਦੀ ਗੱਲ ਕਰੋ, ਹਿਊਮਿਲੇਸ਼ਨ ਹਰ ਪ੍ਰੋਫੈਸ਼ਨ ਵਿੱਚ ਹੁੰਦੀ ਹੈ। ਅਤੇ ਇਹ ਆਪਣੇ ਆਪ 'ਚ ਹੁੰਦਾ ਕਿ ਤੁਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਸੰਭਾਲ ਕੇ ਰੱਖਣਾ ਹੈ। ਲੇਕਿਨ ਯੂਥ ਸਾਰਾ ਪੂਰਾ ਬਰਬਾਦ ਹੋ ਰਿਹਾ ਹੈ ਬਹੁਤ ਜ਼ਿਆਦਾ। ਸਵਾਲ ਤਾਂ ਉੱਠਦਾ ਨਾ, ਜਿਵੇਂ ਤੁਸੀਂ ਕਿਹਾ ਕਿ ਆਜ਼ਾਦੀ ਹੋਣੀ ਚਾਹੀਦੀ ਹੈ, ਲੇਕਿਨ ਆਜ਼ਾਦੀ ਦੀ ਪਾਬੰਦੀ ਵੀ ਹੋਣੀ ਚਾਹੀਦੀ ਹੈ। ਪਾਬੰਦੀ ਹੀ ਆਜ਼ਾਦੀ ਦੇ ਸਹੀ ਮਾਇਨੇ ਨੇ ਜਿਹੜੇ ਉਹਨਾਂ ਨੂੰ ਪਰਿਭਾਸ਼ਿਤ ਕਰਦੀ ਹੈ, ਖਾਸ ਤੌਰ 'ਤੇ ਕਿਉਂਕਿ ਤੁਸੀਂ ਵਕਾਲਤ ਦੇ ਪੇਸ਼ੇ ਨਾਲ ਸੰਬੰਧ ਰੱਖਦੇ ਹੋ ਔਰ ਕਸ਼ਮੀਰ ਦੀ ਧਰਤੀ ਜਿਸ ਨੂੰ ਜੰਨਤ ਦਾ ਖਿਤਾਬ ਵੀ ਦਿੱਤਾ ਜਾਂਦਾ ਹੈ, ਅਜਿਹੀ ਧਰਤੀ ਵਿੱਚ ਜਦੋਂ ਆਪਣੀਆਂ ਅੱਖਾਂ ਨਾਲ ਇੱਕ ਅਜਿਹੇ ਪੇਸ਼ੇ ਵਿੱਚ ਰਹਿ ਕੇ ਜਦੋਂ, ਕਿਉਂਕਿ ਸਮਾਜ ਦਾ ਹਰ ਬੰਦਾ ਤੁਹਾਡੇ ਨਾਲ ਵਿਚਰਦਾ ਆ ਕੇ, ਖਾਸ ਕਰਕੇ ਮੈਂ ਸਿੱਖ ਕੌਮ ਦੀ ਗੱਲ ਕਰਾਂਗਾ, ਖਾਸ ਕਰਕੇ ਜਿਹੜੀ ਕਸ਼ਮੀਰ ਦੀ ਸਿੱਖ ਵਸੋਂ ਹੈ, ਕਿਹੋ ਜਿਹੇ ਮਸਲੇ ਆਉਂਦੇ ਨੇ ਖਾਸ ਕਰਕੇ ਸਾਹਮਣੇ ਅਜੋਕੇ ਸਮੇਂ ਵਿੱਚ? ਕਿਹੋ ਜਿਹੇ ਜੇ ਉਹ ਸਮਾਜਿਕ ਮਸਲੇ ਹੁਣ ਅਸੀਂ ਕਹਿ ਲਈਏ ਕਿ ਸਾਡਾ ਸਮਾਜ, ਕਸ਼ਮੀਰ ਦਾ ਸਿੱਖ ਸਮਾਜ, ਠੀਕ ਹੈ, ਕਿ ਉਸ ਪ੍ਰਤੀ ਵੀ ਕੋਈ ਅਜਿਹੇ ਮਸਲੇ ਸਾਹਮਣੇ ਆ ਰਹੇ ਨੇ ਜੋ ਹੋਰ ਵਰਗਾਂ ਵਿੱਚ ਦੇਖੇ ਜਾ ਰਹੇ ਨੇ? ਸਭ ਤੋਂ ਪਹਿਲਾਂ ਮੈਂ ਡੋਮੈਸਟਿਕ ਵਾਇਲੈਂਸ ਦੀ ਗੱਲ ਕਰਾਂਗੀ। ਮੈਨੂੰ ਬਹੁਤ ਸਾਰੇ ਕਾਲ ਆਉਂਦੇ ਨੇ ਲੇਡੀਜ਼ ਦੇ ਕਿ ਅਸੀਂ ਪ੍ਰੋਬਲਮ 'ਚ ਹਾਂ, ਸਾਡੇ ਨਾਲ ਡੋਮੈਸਟਿਕ ਅਬਿਊਜ਼ ਹੋ ਰਿਹਾ, ਡੋਮੈਸਟਿਕ ਵਾਇਲੈਂਸ ਹੋ ਰਿਹਾ ਹੈ। ਸ਼੍ਰੀਨਗਰ ਤੋਂ, ਜੰਮੂ ਤੋਂ, ਵੇਰੀਅਸ ਜਗ੍ਹਾਵਾਂ ਤੋਂ, ਈਵਨ ਪੰਜਾਬ ਤੋਂ ਵੀ ਆਉਂਦੇ ਨੇ ਮੈਨੂੰ। ਅਤੇ ਇਹ ਗੱਲ ਹੈ ਕਿ ਜੰਮੂ ਕਸ਼ਮੀਰ 'ਚ ਅਗਰ ਮੈਂ ਗੱਲ ਕਰਾਂ ਤਾਂ ਬਹੁਤ ਬੁਰਾ ਹਾਲ ਹੈ। ਸ਼੍ਰੀਨਗਰ ਵਿੱਚ ਵੀ ਬੜੇ ਡੋਮੈਸਟਿਕ ਵਾਇਲੈਂਸ ਦੇ ਕੇਸਿਸ ਨੇ, ਬਟ ਮੈਨੂੰ ਸਮਝ ਨਹੀਂ ਆਉਂਦਾ ਕਿ ਔਰਤਾਂ ਬਾਹਰ ਕਿਉਂ ਨਹੀਂ ਆਉਂਦੀਆਂ, ਉਹ ਆ ਕੇ ਆਪਣੀ ਲੜਾਈ ਕਿਉਂ ਨਹੀਂ ਲੜਦੀਆਂ। ਜਿਵੇਂ ਮੈਂ ਕੋਰਟ 'ਚ ਵੀ ਵੇਖਿਆ ਹੈ ਕਿ ਅਗਰ ਮੈਨੂੰ ਕੋਈ ਸਰਦਾਰ ਦਿਖਦਾ, ਇਹ ਆਪਣਾ ਨੈਚੁਰਲ ਫੀਲਿੰਗ ਹੁੰਦੀ ਹੈ, ਮੈਂ ਇੱਥੋਂ ਹੀ ਜਾਂਦੀ ਹਾਂ, ਪੁੱਛਦੀ ਹਾਂ ਤੁਹਾਨੂੰ ਕੋਈ ਹੈਲਪ ਦੀ ਲੋੜ ਹੈ, ਤੁਸੀਂ ਕੋਰਟ 'ਚ ਕੀ ਕਰ ਰਹੇ ਹੋ। ਉਹ ਨੈਚੁਰਲ ਫੀਲਿੰਗ ਹੁੰਦੀ ਹੈ ਕਿ ਅਸੀਂ ਸਰਦਾਰ ਹਾਂ ਅਤੇ ਤੁਹਾਨੂੰ ਉਹ ਫੀਲਿੰਗ ਆ ਜਾਂਦੀ ਹੈ ਦਿਲੋਂ। ਅਤੇ ਮੈਨੂੰ ਇਹ ਵੀ ਹੈਰਾਨੀ ਹੁੰਦੀ ਹੈ ਕਿ ਸਰਦਾਰ ਦੀ ਮਦਦ ਲੈ ਕੇ ਵੀ ਰਾਜ਼ੀ ਨਹੀਂ। ਕਿਉਂ? ਜਦ ਬਾਕੀ ਲੈ ਸਕਦੇ ਨੇ, ਤੁਸੀਂ ਕਿਉਂ ਨਹੀਂ ਲੈ ਸਕਦੇ? ਜਿਵੇਂ ਮੈਂ ਫ੍ਰੀ ਕੇਸਿਸ ਵੀ ਲੜਦੀਆਂ ਉਨ ਮਹਿਲਾ ਵਾਸਤੇ ਜਿਹੜੀਆਂ ਅਫੋਰਡ ਨਹੀਂ ਕਰ ਸਕਦੀ, ਬਿਕਾਜ਼ ਜਸਟਿਸ ਅੱਜ ਪਾਉਣਾ ਵੀ ਬੜਾ ਮਹਿੰਗਾ ਹੋ ਗਿਆ ਹੈ। ਅਗਰ ਤੁਸੀਂ ਵਕਾਲਤ ਦੀ ਵੀ ਗੱਲ ਕਰੋ, ਹਰ ਕੋਈ ਅਫੋਰਡ ਨਹੀਂ ਕਰ ਸਕਦਾ ਕੋਰਟ 'ਚ ਜਾਣਾ। ਅਤੇ ਮੈਂ ਪੂਰੀ ਕੋਸ਼ਿਸ਼ ਕਰਦੀ ਹਾਂ ਕਿ ਮੈਂ ਫ੍ਰੀ ਕੇਸਿਸ ਲੜਾਂ, ਉਨ ਮਹਿਲਾ ਦੀ ਮਦਦ ਕਰਾਂ। ਮੈਂ ਫ੍ਰੀ ਕਾਊਂਸਲਿੰਗ ਕਰਦੀ ਹਾਂ, ਚਾਹੇ ਰਾਤੀ 2 ਵਜੇ ਕਾਲ ਆਵੇ, 1 ਵਜੇ ਕਾਲ ਆਵੇ, ਕੋਈ ਪਰੇਸ਼ਾਨੀ 'ਚ ਕੁੜੀ ਹੈ। ਮੈਂ ਕਿੰਨੀ ਕੁੜੀਆਂ ਨੂੰ ਫੋਨ ਦੇ ਥਰੂ ਵੀ ਬਾਹਰ ਨਿਕਾਲਿਆ ਹੈ ਜਿਹੜੀ ਪ੍ਰੋਬਲਮ 'ਚ ਸੀਗੀਆਂ, ਜਿਹਨਾਂ ਨੂੰ ਕੋਈ ਬਲੈਕਮੇਲ ਕਰ ਰਿਹਾ ਸੀ। ਅਤੇ ਬਹੁਤ ਸਾਰੇ ਡੋਮੈਸਟਿਕ ਵਾਇਲੈਂਸ ਦੇ ਕੇਸਿਸ ਨੇ। ਬਾਕੀ ਅਗਰ ਮੈਂ ਨਿੱਜੀ ਤੌਰ 'ਤੇ ਜਾਵਾਂ ਤਾਂ ਕਸ਼ਮੀਰ 'ਚ ਪ੍ਰੋਬਲਮ, ਸਭ ਤੋਂ ਬੜੀ ਪ੍ਰੋਬਲਮ ਮੈਂ ਤੁਹਾਡੇ ਚੈਨਲ ਦੇ ਥਰੂ ਇਹ ਪਹੁੰਚਾਉਣਾ ਚਾਹਾਂਗੀ। ਮੈਨੂੰ ਨਹੀਂ ਪਤਾ ਕਿੰਨੇ ਲੋਕ ਮੇਰੇ ਤੋਂ ਐਗਰੀ ਕਰਾਂਗੇ, ਕਿੰਨੇ ਡਿਸਐਗਰੀ ਕਰਾਂਗੇ, ਬਟ ਸਾਡਾ ਆਪਣਾ ਕਸ਼ਮੀਰੀ ਸਰਦਾਰ, ਸਾਡੇ ਆਪਣੇ ਸਰਦਾਰ
ਸਰਦਾਰ ਨੂੰ ਮਦਦ ਕਰਕੇ ਰਾਜ਼ੀ ਨਹੀਂ। ਅਗਰ ਸਰਦਾਰ ਬੱਚਾ ਕੁਝ ਚੰਗਾ ਕਰ ਰਿਹਾ, ਮੈਨੂੰ ਕਿੱਥੇ ਵੀ ਨਹੀਂ ਦਿਸਦਾ ਕਿ ਉਹ ਉਹਨੂੰ ਸਪੋਰਟ ਕਰਦੇ ਨੇ, ਉਹਨੂੰ ਸਹਾਨੁਭੂਤੀ ਦਿੰਦੇ ਨੇ ਕਿ ਸ਼ਾਬਾਸ਼ ਤੂੰ ਵਧੀਆ ਕੀਤਾ ਜਾਂ ਫਿਰ ਤੂੰ ਚੰਗਾ ਕੀਤਾ। ਜਾਂ ਜਿਵੇਂ ਮੈਂ ਥੀਏਟਰ ਤੋਂ ਵੀ ਤਾਲੁਕ ਰੱਖਦੀ ਹਾਂ, ਅਤੇ ਮੈਂ ਥੀਏਟਰ 'ਚ ਵੀ ਕਿੰਨੇ ਇਵੈਂਟ ਕੀਤੇ, ਮੈਨੂੰ ਸਭ ਤੋਂ ਜ਼ਿਆਦਾ ਕ੍ਰਿਟਿਸਿਜ਼ਮ ਅਗਰ ਕਿੱਥੋਂ ਆਇਆ ਹੈ ਤਾਂ ਆਪਣੀ ਸਰਦਾਰ ਕਮਿਊਨਿਟੀ ਤੋਂ ਆਇਆ ਹੈ। ਜਦ ਕਿ ਮੈਨੂੰ ਲੱਗਦਾ ਮੈਂ ਪਹਿਲੀ ਸਰਦਾਰ ਬੱਚੀ ਹਾਂ ਜਿਨ੍ਹਾਂ ਨੇ ਆਪਣਾ ਪ੍ਰੋਡਕਸ਼ਨ ਹਾਊਸ ਸਟਾਰਟ ਕੀਤਾ ਹੈ। ਹਾਲ ਹੀ 'ਚ ਅਸੀਂ ਮਿਲਸਾਰ ਇਵੈਂਟ ਕੀਤਾ ਸੀ ਦਸੰਬਰ ਵਿੱਚ, ਅਤੇ ਜਿਸ 'ਚ ਅਸੀਂ ਥੀਏਟਰ ਦੇ ਥਰੂ, ਬਿਕਾਜ਼ ਥੀਏਟਰ ਸ਼ੁੱਡ ਬੀ ਸਮਥਿੰਗ ਜਿਸ ਨਾਲ ਤੁਸੀਂ ਸੁਸਾਇਟੀ ਨੂੰ ਵੀ ਇੱਕ ਮੈਸੇਜ ਪਹੁੰਚਾਓ, ਨਾ ਕਿ ਉਹਨੂੰ ਖਾਲੀ ਆਰਟ ਤੱਕ ਰੱਖੋ। ਆਰਟ ਇੱਕ ਬਹੁਤ ਬੜੀ ਕਲਾ ਹੈ, ਬਟ ਲੋਕੀ ਪਤਾ ਨਹੀਂ ਉਹਨੂੰ ਵੀ ਕੀ ਸਮਝਦੇ ਨੇ। ਜਿਵੇਂ 12 ਵਜੇ ਦੇ ਉੱਤੇ ਸਟੋਰੀ ਤੁਸੀਂ ਕਹਿ ਲਓ ਕਿ ਇੱਕ ਸੋਸ਼ਲ ਕਾਜ਼ ਹੈ, ਇਹ ਵੀ ਸੋਸ਼ਲ ਇਸ਼ੂ ਹੈ ਕਿ ਲੋਕੀ ਕਹਿੰਦੇ ਨੇ ਸਰਦਾਰ ਤੇਰੇ 12 ਵੱਜ ਗਏ, ਉਹਨਾਂ ਨੂੰ ਇਹ ਨਹੀਂ ਪਤਾ ਕਿ ਇਸ ਦੇ ਪਿੱਛੇ ਹਿਸਟਰੀ ਕੀ ਹੈ। ਉਹ ਹਿਸਟਰੀ ਅਸੀਂ ਥੀਏਟਰ ਸ਼ੋਅ ਦੇ ਥਰੂ ਦਰਸਾਈ। ਜਿਵੇਂ ਇਵੈਂਟ ਕਰਨੇ ਹੁੰਦੇ ਨੇ, ਸਪਾਂਸਰਸ ਨਹੀਂ ਮਿਲਦੇ, ਸਰਦਾਰ ਹੀ ਸਰਦਾਰ ਨੂੰ ਮਦਦ ਕਰਕੇ ਰਾਜ਼ੀ ਨਹੀਂ, ਸਾਨੂੰ ਬਾਹਰ ਜਾਣਾ ਪੈਂਦਾ ਹੈ। ਅਤੇ ਇਹੋ ਜਿਹੇ ਮਸਲੇ, ਡੋਮੈਸਟਿਕ ਵਾਇਲੈਂਸ ਦੇ ਮਸਲੇ, ਕੁੜੀਆਂ ਮੁੰਡੇ ਬਰਬਾਦ ਹੋ ਰਹੇ ਨੇ, ਸਭ ਡਰੱਗਸ 'ਚ ਨਸ਼ਿਆਂ 'ਚ ਜਾ ਰਹੇ ਨੇ, ਸਭ ਮੋਬਾਈਲ ਫੋਨਾਂ ਨਾਲ ਲੱਗੇ ਨੇ। ਅੱਜ ਤੇ ਪੈਦਾ ਹੁੰਦੇ ਹੀ ਮਾਂ ਪਿਓ ਬੱਚੇ ਨੂੰ ਫੋਨ ਦੇ ਦਿੰਦੇ ਨੇ, ਬਾਕੀ ਚੀਜ਼ਾਂ ਬਾਅਦ 'ਚ ਆਉਂਦੀਆਂ ਨੇ, ਫੋਨ ਚਲਾਉਣਾ ਬੱਚੇ ਨੂੰ ਪਹਿਲਾਂ ਆਉਂਦਾ ਹੈ। ਅਤੇ ਬਹੁਤ ਸਾਰੇ ਇੱਦਾਂ ਦੇ ਕੇਸਿਸ ਨੇ। ਜਿਵੇਂ ਮੇਰੇ ਕੋਲ ਇੱਕ ਕੇਸ ਆਇਆ ਸੀ, ਇੱਕ ਬੱਚਾ ਸੀ, ਇੱਕ ਮੁੰਡਾ ਸੀ, ਛੋਟਾ ਹੀ ਮੁੰਡਾ ਸੀ, 19-20 ਸਾਲ ਦਾ। ਉਹਦਾ ਫਾਦਰ ਬਹੁਤ ਪਹਿਲਾਂ ਗੁਜ਼ਰ ਗਿਆ ਸੀ ਅਤੇ ਦਾਦਾ ਜੀ ਬਾਅਦ 'ਚ ਗੁਜ਼ਰੇ, ਅਤੇ ਉਹਨੂੰ ਇੱਕ ਨੋਰਮਲ ਜੀ ਐਪਲੀਕੇਸ਼ਨ ਚਾਹੀ ਸੀ ਗੁਰਦੁਆਰਾ ਕਮੇਟੀ ਕੋਲੋਂ। ਸ਼੍ਰੀਨਗਰ ਦਾ ਮਸਲਾ ਸੀ ਇਹ ਕਿ ਤੁਸੀਂ ਸਾਨੂੰ ਪ੍ਰੋਵਾਈਡ ਕਰੋ ਇੱਕ ਐਪਲੀਕੇਸ਼ਨ ਜਿਹੜੀ ਤਹਿਸੀਲਦਾਰ ਨੂੰ ਅੱਗੇ ਸਬਮਿਟ ਕਰਨੀ ਹੁੰਦੀ, ਜਿਸ 'ਚ ਅਸੀਂ ਸਿੰਪਲ ਇੰਨਾ ਲਿਖਦੇ ਹਾਂ ਕਿ ਇਹ ਬੱਚਾ ਇੱਥੇ ਰਹਿੰਦਾ ਹੈ ਅਤੇ ਇਸ ਦੇ ਘਰ ਵਿੱਚ ਇਹ ਹੈ, ਦੈਟਸ ਇਟ। ਅਤੇ ਉਹ ਬੱਚਾ, ਮੈਂ ਹੈਰਾਨ ਹਾਂ, ਉਹ ਮੇਰੇ ਕੋਲ ਬਾਅਦ 'ਚ ਆਇਆ। ਉਹ 7 ਸਾਲਾਂ ਤੋਂ ਦਰ-ਬਦਰ ਫਿਰ ਰਿਹਾ ਸੀ, ਉਹਨੂੰ ਐਪਲੀਕੇਸ਼ਨ ਕੋਈ ਨਹੀਂ ਦੇ ਰਿਹਾ ਸੀ। ਉਹ ਕਹਿ ਰਹੇ ਸੀ ਅਸੀਂ ਕਿਵੇਂ ਸਾਈਨ ਕਰ ਦੇਵਾਂ, ਮਤਲਬ ਉਹਨਾਂ ਨੂੰ ਲੈਕ ਆਫ ਨੌਲੇਜ। ਮੈਂ ਹੈਰਾਨ ਹਾਂ ਕਿ ਉਹ ਕਿਸ ਤਰ੍ਹਾਂ ਉੱਥੇ ਬੈਠੇ ਨੇ ਜਦ ਉਹਨਾਂ ਨੂੰ ਇੰਨਾ ਨਹੀਂ ਪਤਾ ਕਿ ਤੁਸੀਂ ਕੋਈ ਤਹਿਸੀਲਦਾਰ ਨਹੀਂ ਹੋ, ਨਾ ਤੁਹਾਡੇ ਕੋਲੋਂ ਕੋਈ ਫਰਦ ਮੰਗ ਰਿਹਾ ਹੈ, ਸਿਰਫ ਇੰਨੀ ਇੱਕ ਐਪਲੀਕੇਸ਼ਨ ਕਿ ਤੁਹਾਡਾ ਬੱਚਾ ਇੱਥੇ ਰਹਿੰਦਾ ਹੈ, ਇਹ ਬੱਚਾ ਇਸ ਮੁਹੱਲੇ ਦਾ, ਇੱਥੇ ਰਹਿੰਦਾ ਹੈ, ਜਿਹੜਾ ਕਿ ਫਰਜ਼ ਹੈ। ਇਸ ਵਾਸਤੇ ਹੀ ਬਣਾਈ ਜਾਂਦੀਆਂ ਨੇ ਕਮੇਟੀਆਂ। ਅਤੇ ਬਾਅਦ 'ਚ ਜਾ ਕੇ ਉਹਨੂੰ ਹੈਲਪ ਕੀਤੀ ਇੱਕ ਸ਼੍ਰੀਨਗਰ ਕਮੇਟੀ ਨਹੀਂ, ਬਾਅਦ 'ਚ ਜਦ ਮੈਂ ਖੁਦ ਗਈ ਉਹਨਾਂ ਨੇ ਫੁੱਲ ਸਪੋਰਟ ਕੀਤਾ। ਬਟ ਪਹਿਲਾਂ ਉਹ ਬੱਚਾ ਬਹੁਤ ਦਰਬਦਰ ਸੀ, ਉਹਨੂੰ ਆਪਣੇ ਮੁਹੱਲੇ ਦੀ, ਮੈਂ ਮੁਹੱਲੇ ਦਾ ਨਾਂ ਨਹੀਂ ਲਵਾਂਗੀ, ਆਪਣੇ ਮੁਹੱਲੇ ਦੀ ਕਮੇਟੀ ਹੈਲਪ ਨਹੀਂ ਕਰ ਰਹੀ ਸੀ, ਉਹਨੂੰ ਇੰਨਾ ਹਰਾਸ ਕਰ ਰਹੀ ਸੀ, ਜਦ ਕਿ ਮਸਜਿਦ ਕਮੇਟੀ ਨੇ ਉਹਨੂੰ ਕਦ ਦੀ ਐਪਲੀਕੇਸ਼ਨ ਦੇ ਦਿੱਤੀ ਸੀ। ਅਤੇ ਫਿਰ ਬਾਅਦ 'ਚ ਸਾਡੇ ਸਰਦਾਰ ਕਹਿੰਦੇ ਨੇ ਕਿ ਬੁਰਾ ਨਹੀਂ ਮੰਨਣਾ ਕਿ ਸਾਡੀ ਜਨਰੇਸ਼ਨ ਕਿਉਂ ਮੁਸਲਿਮਸ ਵੱਲ ਜਾਂਦੀ ਹੈ, ਕਿਉਂ ਸਾਡੀ ਕੁੜੀਆਂ ਭੱਜਦੀਆਂ ਨੇ, ਕਿਉਂ ਇੱਦਾਂ ਹੁੰਦਾ। ਤੁਸੀਂ ਤਾਂ ਖੁਦ ਸਪੋਰਟ ਕਰਕੇ ਰਾਜ਼ੀ ਨਹੀਂ ਹੋ ਆਪਣੇ ਸਰਦਾਰ ਬੱਚਿਆਂ ਨੂੰ। ਮੈਂ ਕੋਈ ਇਵੈਂਟ ਕੀਤਾ, ਮੈਂ ਕੁਛ ਵੀ ਕੀਤਾ, ਮੈਨੂੰ ਤਾਂ ਕਦੇ ਵੀ ਅਜੇ ਤੱਕ ਇੱਕ ਵਾਰੀ ਵੀ ਸਪੋਰਟ ਨਹੀਂ ਮਿਲਿਆ। ਵੱਡਾ ਸਵਾਲ ਇੱਥੇ ਇਹ ਉੱਠਦਾ ਕਿ ਜਿਵੇਂ ਬਰਕਤ ਕੌਰ ਹੋਰਾਂ ਨੇ ਗੱਲ ਨਹੀਂ ਧੜਕ ਹੋ ਕੇ ਸਾਹਮਣੇ ਰੱਖੀ ਹੈ, ਕਈ ਵਾਰ ਅਸੀਂ ਸਟੇਜਾਂ 'ਤੇ ਇਹ ਬੋਲ ਜਾਂਦੇ ਹਾਂ ਕਿ ਅਸੀਂ ਸਾਰੇ ਇੱਕ ਦੂਜੇ ਦੀ ਮਦਦ ਲਈ ਤਿਆਰ ਹਾਂ, ਲੇਕਿਨ ਜਦੋਂ ਜ਼ਮੀਨੀ ਪੱਧਰ 'ਤੇ ਦੇਖਦੇ ਹਾਂ ਤਾਂ ਅਜਿਹਾ ਨਹੀਂ ਹੁੰਦਾ। ਸਾਡੇ ਵਿੱਚ ਵੀ ਸ਼ਾਇਦ ਧੜੇਬਾਜ਼ੀਆਂ ਨੇ, ਸ਼ਾਇਦ ਇਹੀ ਕਾਰਨ ਹੈ ਕਿ ਅਸੀਂ ਇੱਕ ਦੂਸਰੇ ਨੂੰ ਚੜ੍ਹਦੀ ਕਲਾ ਵਿੱਚ ਦੇਖਣਾ ਪਸੰਦ ਨਹੀਂ ਕਰਦੇ। ਬੜੇ ਖੁੱਲ੍ਹ ਕੇ ਤੁਸੀਂ ਗੱਲ ਕਰ ਰਹੇ ਹੋ। ਖਾਸ ਤੌਰ 'ਤੇ ਮੈਂ ਪੁੱਛਣਾ ਚਾਹਾਂਗਾ ਕਿਉਂਕਿ ਤੁਸੀਂ ਉਸ ਖਿੱਤੇ ਨਾਲ ਸੰਬੰਧ ਰੱਖਦੇ ਹੋ, ਤਾਲੁਕਾਤ ਹਨ ਤੁਹਾਡੇ ਉਸ ਖਿੱਤੇ ਨਾਲ, ਜਿਸ ਨੂੰ ਕਦੇ ਕਿਹਾ ਜਾਂਦਾ ਸੀ ਕਿ ਬੌਧਿਕਤਾ ਦਾ ਇਸ ਨੂੰ ਪੈਮਾਨੇ ਵਜੋਂ ਨਾਪਿਆ ਜਾਂਦਾ ਸੀ, ਨਾ ਕੇਵਲ ਭਾਰਤ ਦਾ ਸਗੋਂ ਸਮੁੱਚੇ ਏਸ਼ੀਆ ਜਾਂ ਭਾਰਤੀ ਉਪ ਮਹਾਦੀਪ ਆਪਾਂ ਕਹਿ ਲਈਏ ਤੇ ਉਸ ਦਾ ਬੌਧਿਕਤਾ ਦਾ ਪੈਮਾਨਾ ਇਸ ਨੂੰ ਕਿਹਾ ਜਾਂਦਾ ਸੀ। ਅਜਿਹੇ ਸੂਬੇ ਵਿੱਚੋਂ ਜਦੋਂ ਕੋਈ ਬੱਚੀ ਉੱਠਦੀ ਹੈ, ਕਿਸੇ ਵੀ ਵਰਗ ਵਿਸ਼ੇਸ਼ ਨਾਲ ਸੰਬੰਧ ਰੱਖਦੀ ਹੋਵੇ, ਪਰ ਜਦੋਂ ਉਸ ਨੂੰ ਆਪਣਿਆਂ ਦਾ ਹੀ ਸਾਥ ਨਹੀਂ ਮਿਲਦਾ, ਦਿਲ ਨੂੰ ਵੀ ਠੇਸ ਪਹੁੰਚਦੀ ਹੈ ਕਿ ਮੈਂ ਜਿਸ ਵਰਗ ਵਿਸ਼ੇਸ਼ ਦਾ ਨਾਮ ਰੁਸ਼ਨਾਉਣ ਕਰਕੇ ਸਮਾਜ ਵਿੱਚ ਅੱਗੇ ਵੱਧ ਰਹੀ ਹਾਂ, ਉਹ ਵਰਗ ਵਿਸ਼ੇਸ਼ ਹੀ ਮੇਰੇ ਨਾਲ ਨਹੀਂ ਤੁਰ ਰਿਹਾ। ਲੇਕਿਨ ਜਦੋਂ ਬਨਸਪਤ ਕਾਮਯਾਬੀ ਮਿਲ ਜਾਂਦੀ ਹੈ, ਫਿਰ ਉਹ ਸਾਰੇ ਕਹਿੰਦੇ ਨੇ ਇਸ ਦੀ ਕਾਮਯਾਬੀ ਵਿੱਚ ਸਾਡਾ ਵੀ ਹੱਥ ਹੈ। ਕੀ ਕਹਿਣਾ ਚਾਹੋਗੇ? ਜਿਵੇਂ ਮੈਂ ਕਿੰਨੇ ਚੀਜ਼ਾਂ ਕੀਤੀਆਂ, ਮੈਨੂੰ ਨਹੀਂ ਲੱਗਦਾ ਅੱਜ ਕੱਲ੍ਹ ਇੱਕ ਬੱਚਾ ਇੱਕ ਹੀ ਚੀਜ਼ ਤੋਂ ਕਨਫਾਈਨਡ ਰਹਿੰਦਾ ਹੈ ਨਾ, ਕਿ ਸਪੋਜ਼ ਮੈਂ ਵਕੀਲ ਹਾਂ ਅਤੇ ਮੈਂ ਖਾਲੀ ਵਕਾਲਤ ਕਰਾਂ। ਮੈਂ ਇਸ ਤੋਂ ਇਲਾਵਾ ਵੀ ਬਹੁਤ ਸਾਰੀ ਚੀਜ਼ਾਂ ਫੋਲੋ ਕੀਤੀਆਂ ਨੇ, ਪੈਸ਼ਨ ਫੋਲੋ ਕੀਤਾ ਹੈ। ਜਿਵੇਂ ਹਾਕੀ ਟੂਰਨਾਮੈਂਟ ਹੁੰਦੇ ਨੇ, ਮੈਨੂੰ ਐਜ਼ ਅ ਗੈਸਟ ਕਦੇ ਬੁਲਾਇਆ ਗਿਆ ਹੈ, ਚਲੋ ਠੀਕ ਹੈ, ਅਤੇ ਮੈਂ ਉੱਥੇ ਜਾ ਕੇ ਵੋਲੰਟਰੀ ਹੋਸਟ ਕਰਦੀ ਹਾਂ ਇਵੈਂਟਸ ਨੂੰ ਕਿ ਚਲੋ ਨਹੀਂ, ਮੇਰੇ ਸਰਦਾਰਾਂ ਦਾ ਵੀ ਨਾਂ ਰੌਸ਼ਨ ਹੋਏ, ਸਾਡੇ ਸਰਦਾਰ ਬੱਚੇ ਦਾ ਹਾਕੀ ਟੂਰਨਾਮੈਂਟ ਹੋ ਰਿਹਾ ਹੈ, ਕੁਛ ਹੋ ਰਿਹਾ ਹੈ। ਬਟ ਦੁੱਖ ਦੀ ਗੱਲ ਹੈ ਕਿ ਮੈਨੂੰ ਅੱਜ ਤੱਕ ਇੰਨੇ ਅਵਾਰਡ ਮਿਲੇ, ਉਹ ਮੁਸਲਿਮ ਕਮਿਊਨਿਟੀ ਨੇ ਦਿੱਤੇ। ਕਿੰਨੇ ਦਿੱਤੇ? ਮੁਸਲਿਮ ਕਮਿਊਨਿਟੀ ਨੇ। ਸਿੱਖਾਂ ਨੇ ਇੱਕ ਵਾਰੀ ਵੀ ਆ ਕੇ ਸਪੋਰਟ ਨਹੀਂ ਕੀਤਾ, ਸ਼ਾਬਾਸ਼ੀ ਨਹੀਂ ਦਿੱਤੀ ਕਿ ਓਕੇ। ਕਸ਼ਮੀਰ 'ਚ ਤੁਹਾਨੂੰ ਪਤਾ ਹੈ ਉਸ ਤਰ੍ਹਾਂ ਹੀ ਕਿੰਨਾ ਮੁਸ਼ਕਿਲ ਹੈ, ਕਿੰਨਾ ਹਾਰਡ ਹੈ ਸਭ ਕੁਝ ਫੋਲੋ ਕਰਨਾ। ਉਹ ਇਹੋ ਜਿਹੀ ਸਟੇਟ ਹੈ, ਡਿਸਟਰਬ ਸਟੇਟ ਹੈ, ਜਿੱਥੇ ਮਾਈਨੋਰਟੀ ਕਮਿਊਨਿਟੀ ਤਾਂ ਵੈਸੇ ਹੀ ਇੰਨੀ ਨਜ਼ਰਾਂ ਵਿੱਚ ਆ ਜਾਂਦੀ ਹੈ। ਬਟ ਮੈਂ ਬਿਲਕੁਲ ਇੱਕਦਮ ਨਿਡਰ ਹੋ ਕੇ, ਜਿਵੇਂ ਸਾਨੂੰ ਕੌਰ ਕਹਿੰਦੇ ਨੇ, ਲਾਇਨਨੈਸ, ਨਿਡਰ ਹੋ ਕੇ ਹਰ ਕੰਮ ਕੀਤਾ, ਸੁਸਾਇਟੀ ਦੀ ਹੈਲਪ ਕੀਤੀ, ਵੇਰੀਅਸ ਫੀਲਡਸ 'ਚ ਗਈ, ਇੰਨਾ ਨਾਂ ਰੌਸ਼ਨ ਕੀਤਾ। ਫਿਰ ਵੀ ਸਾਡੀ ਸੁਸਾਇਟੀ ਲੈਗ ਪੁਲਿੰਗ 'ਚ ਲੱਗੀ ਹੋਈ। ਮੈਨੂੰ ਸਭ ਤੋਂ ਜ਼ਿਆਦਾ ਕ੍ਰਿਟਿਸਿਜ਼ਮ ਅਗਰ ਕਿਸੇ ਨੇ ਕੀਤਾ, ਆਪਣੀ ਓਨ ਕਮਿਊਨਿਟੀ ਨੇ ਕੀਤਾ ਹੈ। ਅਤੇ ਮਤਲਬ ਬੜੀ ਦੁੱਖ ਦੀ ਗੱਲ ਹੈ, ਜਿੰਨੇ ਅਵਾਰਡ ਮਿਲੇ, ਕੁਛ ਮਿਲੇ, ਉਹ ਸਾਰੇ ਕਿਹਨੇ ਦਿੱਤੇ?
ਮੁਸਲਿਮ ਕਮਿਊਨਿਟੀ ਨੇ ਦਿੱਤੇ, ਜਦਕਿ ਮੈਂ ਹਰ ਵਾਰੀ ਕੋਸ਼ਿਸ਼ ਕੀਤੀ ਹੈ ਕਿ ਮੈਂ ਆਪਣੀ ਕਮਿਊਨਿਟੀ ਲਈ ਕੁਝ ਕਰਾਂ। ਜਿਵੇਂ ਮੈਂ ਥੀਏਟਰ ਬਣਾਇਆ, ਪਲੇਟਫਾਰਮ ਯੂਜ਼ ਕੀਤਾ, ਮੈਂ ਗੱਤਕਾ ਸ਼ੋਅ ਕੀਤਾ ਉੱਥੇ ਕਿਉਂਕਿ ਗੱਤਕਾ ਅੱਜ ਤੱਕ ਸਟੇਜ ਤੇ ਸ਼ੋਅ ਨਹੀਂ ਕੀਤਾ ਗਿਆ ਹੈ। ਜਦ ਵੀ ਮੈਂ ਆਈ ਵਾਜ਼ ਅ ਪਾਰਟ ਆਫ ਥੀਏਟਰ, ACT ਐਕਟਰਸ ਕਿਟੀ ਥੀਏਟਰ ਨਾਲ ਮੈਂ ਪਹਿਲਾਂ ਸੀ। ਮੈਂ ਬਹੁਤ ਥੀਏਟਰ ਕੀਤਾ 5 ਸਾਲ। ਮੈਂ ਕੁਝ ਵੀ ਵੇਖਿਆ, ਮੈਂ ਦੇਖਿਆ ਸਰਦਾਰਾਂ ਤੇ ਕੁਝ ਵਿਖਾਉਂਦੇ ਹੀ ਨਹੀਂ, 4-5 ਕਸ਼ਮੀਰੀ ਨਾਟਕ ਕਰਕੇ ਭਾਂਗੜਾ ਕਰਕੇ ਤੇ ਚਲੋ ਜੀ ਨਿਕਲਦੇ ਬਣੋ। ਤੇ ਮੈਨੂੰ ਇਹ ਸੀ ਕਿ ਨਹੀਂ ਯਾਰ, ਸਾਡੇ ਸਰਦਾਰ ਬੱਚਿਆਂ ਵਿੱਚ ਵੀ ਇੰਨਾ ਟੈਲੈਂਟ ਹੈ। ਮੈਂ 40 ਸਾਲ ਤੋਂ ਉਹ ਪ੍ਰੋਡਕਸ਼ਨ ਹਾਊਸ ਹੈ ਤੇ ਮੈਂ ਹੈਰਾਨ ਸੀ ਕਿ ਸਾਡਾ ਇੱਕ ਵੀ ਬੱਚਾ ਉਸ 'ਚ ਨਹੀਂ ਸੀ। ਮੈਂ ਪਹਿਲੀ ਸੀ ਤੇ ਮੈਨੂੰ ਇਹ ਵੀ ਦੁੱਖ ਲੱਗਿਆ ਕਿ ਮਾਂ ਪਿਓ ਕਿਉਂ ਬੱਚੇ ਨੂੰ ਇੱਕ ਹੀ ਚੀਜ਼ ਤੋਂ ਇੱਕ ਹੀ ਚੀਜ਼ ਨੂੰ, ਹਾਂਜੀ ਗੌਰਮੈਂਟ ਜੌਬ ਕਰੋ, ਗੌਰਮੈਂਟ ਜੌਬ ਕਰੋ, ਗੌਰਮੈਂਟ ਸੀਟ ਨਿਕਾਲੋ, KS ਕਰੋ, IAS ਕਰੋ, KS ਕਰੋ, IAS ਕਰੋ। ਉਹ ਉਸੇ ਡਿਪਰੈਸ਼ਨ 'ਚ ਰਹਿ ਕੇ ਕੁਝ ਕਰ ਵੀ ਨਹੀਂ ਪਾਉਂਦਾ। ਤੇ ਜਿਵੇਂ 10th ਆਉਂਦੀ ਹੈ, ਪੇਰੈਂਟਸ ਫੋਰਸ ਕਰਦੇ ਨੇ, ਕੋਈ ਬੱਚਾ ਆਰਟਸ ਲੈਣਾ ਚਾਹੁੰਦਾ ਹੈ, ਮੈਂ ਖੁਦ ਆਰਟਸ ਲਿੱਤਾ ਹੈ, ਤੇ ਮੈਡੀਕਲ ਲੋ ਆਰਟਸ ਕਿਉਂ ਲੈਣਾ, ਆਰਟਸ ਨਾਲਾਇਕ ਬੱਚੇ ਲੈਂਦੇ ਨੇ। ਮੈਂ ਪੇਰੈਂਟਸ ਨੂੰ ਇਹ ਮੈਸੇਜ ਦੇਣਾ ਚਾਹਾਂਗੀ, ਜੋ ਤੁਹਾਡੇ ਬੱਚੇ ਨੂੰ ਦਿਲ ਕਰੇ ਉਹਨੂੰ ਸਪੋਰਟ ਕਰੋ ਉਸ ਚੀਜ਼ 'ਚ, ਕਿਉਂਕਿ ਯੂ ਨੈਵਰ ਨੋ ਇਨ ਵਿਚ ਥਿੰਗ ਹੀ ਔਰ ਸ਼ੀ ਮੇ ਸ਼ਾਈਨ ਵਨ ਡੇ। ਕਿਉਂਕਿ ਹਰ ਕਿਸੇ ਦਾ ਆਪਣਾ ਜ਼ਿੰਦਗੀ ਜੀਣ ਦਾ ਇੱਕ ਮੋਟਿਵ ਹੁੰਦਾ ਹੈ, ਇੱਕ ਟੈਲੈਂਟ ਹੁੰਦਾ ਹੈ, ਹਰ ਬੱਚੇ 'ਚ ਆਪਣਾ ਇੱਕ ਟੈਲੈਂਟ ਹੈ। ਤੇ ਮੈਨੂੰ ਇਹੀ ਮੈਂ ਸੁਸਾਇਟੀ ਨੂੰ ਮੈਸੇਜ ਦੇਣਾ ਚਾਹਾਂਗੀ ਕਿ ਪਲੀਜ਼ ਆਪਣੇ ਹੀ ਸਰਦਾਰ ਬੱਚਿਆਂ ਦੀ ਲੈਗ ਪੁਲਿੰਗ ਕਰਨਾ ਬੰਦ ਕਰੋ। ਅਗਰ ਸਪੋਰਟ ਨਹੀਂ ਕਰ ਸਕਦੇ ਤੇ ਪਲੀਜ਼ ਡੀਮੋਟੀਵੇਟ ਵੀ ਮਤ ਕਰੋ, ਕਿਉਂਕਿ ਬਹੁਤ ਦਿਲ ਦੁਖਦਾ ਹੈ ਜਦ ਆਪਣਾ ਕੋਈ ਸਰਦਾਰ ਕਰੇ। ਮੇਰੇ ਲਈ ਜ਼ੂਮ ਮੀਟਿੰਗ ਸਪੈਸ਼ਲੀ ਰੱਖੀਆਂ ਗਈਆਂ, ਕ੍ਰਿਟਿਸਿਜ਼ਮ ਫੇਸ ਮੈਨੂੰ ਕਰਨਾ ਪਿਆ, ਜਦ ਕਿ ਮੇਰਾ ਕੋਈ ਦੋਸ਼ ਹੀ ਨਹੀਂ ਸੀ। ਮਤਲਬ ਮੇਰਾ ਪਹਿਲਾ ਇਵੈਂਟ ਸੀ, ਉਹ ਸੀ ਜਸ਼ਨੇ ਵਿਸਾਖੀ, ਮੈਂ ਖੁੱਲ੍ਹ ਕੇ ਦੱਸਦੀ ਹਾਂ। ਤੇ ਗੁਰਦੁਆਰੇ ਦੇ ਬਾਹਰ ਜਿਹੜੀ ਦੀਵਾਰਾਂ ਹੁੰਦੀਆਂ ਨੇ ਉਸ 'ਚ ਪੋਸਟਰ ਅਸੀਂ ਲਾਏ, ਠੀਕ ਹੈ। ਮੈਂ ਉਹ ਪੋਸਟਰ ਵੀ ਤੁਹਾਨੂੰ ਵਿਖਾਵਾਂਗੀ। ਕੀ ਸੀ, ਨਾਰਮਲ ਪੋਸਟਰ ਸੀ, ਮੈਂ ਉਹ ਕਿਉਂ ਗੁਰਦੁਆਰੇ 'ਚ ਲਾਏ? ਮੈਨੂੰ ਖੁਸ਼ੀ ਸੀ ਕਿ ਨਹੀਂ ਯਾਰ, ਮੇਰੇ ਸਰਦਾਰਾਂ ਦਾ ਮੈਂ ਕੁਝ ਕਰ ਰਹੀ ਹਾਂ, ਮੈਂ ਗੱਤਕਾ ਸ਼ੋਅ ਕਰ ਰਹੀ ਹਾਂ, ਮੈਂ 12 ਵਜੇ ਦੇ ਪਿੱਛੇ ਸਟੋਰੀ ਸ਼ੋਅ ਕਰ ਰਹੀ ਹਾਂ, ਤੇ ਮੇਰੇ ਸਰਦਾਰ ਵੀ ਵੇਖਣ, ਹੈ ਨਾ, ਸਿੱਖੀ ਦੇ ਰਿਗਾਰਡਿੰਗ ਚੀਜ਼ਾਂ ਪ੍ਰਮੋਟ ਹੋਣ। ਮੈਂ ਰਿਲੀਜੀਅਸ ਵੇ 'ਚ ਨਹੀਂ ਕਹਿ ਰਹੀ, ਮੈਂ ਕਲਚਰ ਵਿੱਚ ਕਹਿ ਰਹੀ ਹਾਂ, ਇਹ ਮੈਂ ਮੈਂਸ਼ਨ ਕਰਨਾ ਚਾਹਾਂਗੀ। ਤੇ ਉਸ 'ਚ ਕੀ ਹੋਇਆ ਕਿ ਮੇਰੇ ਪੋਸਟਰ ਫਾੜੇ ਗਏ, 25 ਦੇ 25 ਪੋਸਟਰ ਫਾੜੇ ਗਏ। ਮੇਰੇ ਨੂੰ ਇੰਨਾ ਸੋਸ਼ਲ ਮੀਡੀਆ 'ਤੇ ਕ੍ਰਿਟਿਸਿਜ਼ਮ ਫੇਸ ਕਰਨਾ ਪਿਆ। ਔਰ ਮੈਨੂੰ ਆਪਣਾ ਹੀ ਇੱਕ ਬਜ਼ੁਰਗ ਅੰਕਲ ਫੋਨ ਕਰਕੇ ਕਹਿ ਰਿਹਾ ਹੈ, ਹੈਲੋ ਤੁਸੀਂ ਪੋਸਟਰ ਕਿਉਂ ਲਾਏ? ਜਾਓ ਜਾ ਕੇ ਮਸਜਿਦ 'ਚ ਪੋਸਟਰ ਲਾਓ, ਗੁਰਦੁਆਰੇ 'ਚ ਨਾ ਲਾਓ। ਕਿੱਥੇ ਲਾਓ? ਮਸਜਿਦ। ਸਵਾਲ ਇਹ ਉੱਠਦਾ ਨਾ, ਮੈਂ ਇਸ ਕਰਕੇ ਇੱਥੇ ਸਵਾਲ ਨੂੰ ਉਸੇ ਕੜੀ ਦੇ ਅੱਗੇ ਤੋਰਨਾ ਚਾਹਾਂਗਾ। ਕਾਰਨ ਕੀ ਹੁੰਦਾ ਹੈ ਜਦੋਂ ਸਾਡਾ ਇੱਕ ਆਪਣਾ ਬੱਚਾ, ਸਾਡੀ ਇੱਕ ਆਪਣੀ ਭੈਣ ਕਿਸੇ ਮੁਕਾਮ ਵੱਲ ਵੱਧ ਰਹੀ ਹੁੰਦੀ ਹੈ, ਕਿਸੇ ਮੁਕਾਮ ਵੱਲ ਵੀ, ਚਾਹੇ ਉਹ ਪੇਸ਼ੇ ਦੇ ਤੌਰ 'ਤੇ ਵੱਧ ਰਹੀ ਹੋਵੇ, ਚਾਹੇ ਉਸ ਨੂੰ ਉਸ ਮੁਕਾਮ ਵੱਲ ਜਾਣ ਦਾ ਦਿਲ ਹੋਵੇ, ਸ਼ੌਂਕ ਹੋਵੇ, ਕਿਉਂ ਰੋਕਿਆ ਜਾਂਦਾ? ਔਰ ਵੱਡੀ ਗੱਲ ਇਸ ਕਰਕੇ ਮੈਂ ਦਰਸ਼ਕਾਂ ਦੇ ਸਾਹਮਣੇ ਵੀ ਇਸ ਗੱਲ ਨੂੰ ਰੱਖਣਾ ਚਾਹਾਂਗਾ ਕਿ ਨਿਡਰ ਹੋ ਕੇ, ਜਿਵੇਂ ਬਰਕਤ ਕੌਰ ਹੋਰ ਇਹ ਗੱਲ ਆਪਣੀ ਸਾਰੀ ਰੱਖ ਰਹੇ ਨੇ, ਸਾਨੂੰ ਆਪਣੇ ਅੰਦਰ ਝਾਤ ਮਾਰਨ ਦੀ ਸ਼ਾਇਦ ਹੁਣ ਲੋੜ ਮਹਿਸੂਸ ਹੋਣੀ ਚਾਹੀਦੀ ਹੈ ਕਿ ਅਸੀਂ ਦਾਅਵੇ ਤੇ ਕਰ ਦਿੰਦੇ ਹਾਂ ਕਿ ਅਸੀਂ ਇਕਮੁੱਠ ਹੋ ਕੇ ਬੱਚਿਆਂ ਦੀ ਭਲਾਈ ਲਈ, ਕੌਮ ਦੀ ਭਲਾਈ ਲਈ, ਖਾਸ ਕਰਕੇ ਨੌਜਵਾਨ ਪੀੜ੍ਹੀ, ਸਾਡੀ ਸਿੱਖੀ ਦਾ ਭਵਿੱਖ ਹੈ ਜਿਹੜਾ, ਉਹ ਜੰਮੂ ਕਸ਼ਮੀਰ ਵਿੱਚ ਚੜ੍ਹਦੀ ਕਲਾ ਵਿੱਚ ਹੈ। ਲੇਕਿਨ ਇਹ ਜਿਹੜੇ ਮੁੱਦੇ ਬਰਕਤ ਕੌਰ ਹੋਰਾਂ ਨੇ ਚੁੱਕੇ ਨੇ, ਇਹ ਆਪਣੇ ਆਪ ਵਿੱਚ ਆਪਣੇ ਅੰਦਰ ਘੋਖਣ ਵਾਲੇ ਮਸਲੇ ਨੇ ਕਿ ਇਹ ਸਾਨੂੰ ਗਹਿਰਾਂ ਨੇ, ਇਹ ਸਾਡੇ ਅੱਗੇ ਜਿਹੜੀਆਂ ਔਂਕੜਾਂ ਨੇ ਉਹ ਨਹੀਂ ਰੱਖੀਆਂ, ਸਾਡੇ ਆਪਣੇ ਹੀ ਸਾਡੇ ਅੱਗੇ ਇਹ ਔਂਕੜਾਂ ਪਰੇਸ਼ਾਨੀਆਂ ਰੱਖ ਰਹੇ ਨੇ। ਕਾਰਨ ਕੀ ਸਮਝਦੇ ਹੋ? ਕਿ ਜਿਵੇਂ ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਵੀ ਦਿਆਂ ਕਿ ਰੋਸ਼ਨੀ ਪ੍ਰੋਡਕਸ਼ਨ ਦੇ ਤਹਿਤ ਵੀ ਇਹ ਨਿਰੰਤਰ ਤੌਰ 'ਤੇ ਜਿਹੜੇ ਆਪਣੇ ਜਿਹੜੇ ਸਮਾਜ ਭਲਾਈ ਦੇ ਖੇਤਰ ਦੇ ਵਿੱਚ ਜੋ ਕੰਮ ਕਾਰਜ, ਜਿਹੜੀ ਇੱਕ ਫਿਲਮ ਦੇ ਰੂਪ ਵਿੱਚ ਜਾਂ ਥੀਏਟਰ ਆਰਟਿਸਟ ਦੇ ਤੌਰ 'ਤੇ ਜਿਹੜੇ ਡਰਾਮਾ ਦੇ ਰੂਪ ਵਿੱਚ ਉਹ ਪੇਸ਼ ਕਰਦੇ ਆ ਰਹੇ ਨੇ, ਉਹਦੇ ਵਿੱਚ ਵੀ ਜਿਹੜਾ ਸਿੱਖ ਸੱਭਿਆਚਾਰ ਹੈ ਉਸ ਨੂੰ ਇਹ ਨਿਰੰਤਰ ਤੌਰ 'ਤੇ ਪੇਸ਼ ਕਰਦੇ ਆ ਰਹੇ ਨੇ। ਕਿਉਂ ਤੁਹਾਨੂੰ ਲੱਗਦਾ ਮੂਲ ਕਾਰਨ ਕੀ ਹੈ ਕਿ ਜੇ ਤੁਸੀਂ ਸਾਰੇ ਜੇ ਭਲਾਈ ਦੇ ਕੰਮ ਵੀ ਕਰ ਰਹੇ ਹੋ, ਵਕਾਲਤ ਦੇ ਨਾਲ ਨਾਲ ਬਾਕੀ ਕਾਰਜ ਵੀ ਕਰ ਰਹੇ ਹੋ, ਸਮਾਜ ਭਲਾਈ ਦੇ ਖੇਤਰ ਵਿੱਚ ਵੀ ਆਪਣੇ ਨਿਰੰਤਰ ਤੌਰ 'ਤੇ ਆਪਣੇ ਕਾਰਜ ਕਰਦੇ ਹੋ, ਰੋਕਿਆ ਕਿਉਂ ਜਾ ਰਿਹਾ? ਤੁਹਾਡੇ ਅੱਗੇ ਰਾਹ ਦੇ ਰੋੜੇ ਕਿਉਂ ਰੱਖੇ ਜਾ ਰਹੇ ਨੇ? ਕਿਉਂਕਿ ਉਹ ਆਪਣੇ ਹੀ ਕਮਿਊਨਿਟੀ ਵਾਲੇ ਆਪਣੇ ਕਮਿਊਨਿਟੀ ਦੇ ਬੱਚਿਆਂ ਨੂੰ ਅੱਗੇ ਵੱਧਦੇ ਹੋਏ ਵੇਖ ਕੇ ਰਾਜ਼ੀ ਨਹੀਂ। ਉਹ ਗੁਰਦੁਆਰੇ ਦੀ, ਸੌਰੀ ਟੂ ਸੇ, ਗੁਰਦੁਆਰੇ ਦੀ ਪੋਲਿਟਿਕਸ ਵਿੱਚ ਹੀ ਰਹਿ ਗਏ ਨੇ। ਗੁਰਦੁਆਰੇ ਦਾ ਮੈਂ ਇਹ, ਗੁਰਦੁਆਰੇ ਦਾ ਮੈਂ ਉਹ। ਜਦ ਮਦਦ ਕਰਨੀ ਦੀ ਗੱਲ ਆਉਂਦੀ ਹੈ ਤਦ ਕੋਈ ਮਦਦ ਨਹੀਂ ਕਰਦਾ। ਮੈਨੂੰ ਸਮਝ ਨਹੀਂ ਆਉਂਦਾ ਉਹਨਾਂ ਨੂੰ ਕਿਉਂ ਇੱਕ ਜੈਲਸੀ ਫੈਕਟਰ ਕਹਿ ਲਓ ਕਿ ਅਸੀਂ ਇੰਨੇ ਬਜ਼ੁਰਗ ਹਾਂ, ਸਾਨੂੰ ਕੋਈ ਕਿਉਂ ਨਹੀਂ ਪੁੱਛ ਰਿਹਾ, ਯੂਥ ਅੱਗੇ ਕਿਉਂ ਵਧ ਰਿਹਾ? ਅਸੀਂ ਵੀ ਤਾਂ ਤੁਹਾਡੇ ਹੀ ਹਾਂ, ਅਸੀਂ ਤਾਂ ਬਾਹਰੋਂ ਨਹੀਂ ਆਏ ਨਾ। ਅਗਰ ਤੁਹਾਡਾ ਕੋਈ ਯੂਥ ਬੱਚਾ ਕੁਝ ਕਰ ਰਿਹਾ ਉਹ ਵੀ ਬਾਹਰੋਂ ਤੋਂ ਨਹੀਂ ਆਇਆ ਨਾ। ਤੇ ਉਹ ਪਤਾ ਨਹੀਂ ਕਿਉਂ ਗੁਰਦੁਆਰੇ ਦੀ ਪੋਲਿਟਿਕਸ ਦੇ ਅੰਦਰ ਹੀ ਰਹਿ ਗਏ ਨੇ, ਉਹ ਉਸ ਚੀਜ਼ਾਂ ਵਿੱਚ ਹੀ ਰਹਿ ਗਏ ਨੇ। ਉਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ, ਸਪੈਸ਼ਲੀ ਇੱਕ ਕੁੜੀ ਦਾ, ਟੂ ਬੀ ਫਰੈਂਕ, ਇੱਕ ਕੁੜੀ ਦਾ ਅੱਗੇ ਆਉਣਾ। ਮੈਨੂੰ ਲੱਗਦਾ ਸੀ ਕਿ ਮੇਲ ਫੀਮੇਲ 'ਚ ਇਸ ਤਰ੍ਹਾਂ ਅੰਤਰ ਨਹੀਂ ਹੁੰਦਾ, ਬਟ ਹੁੰਦਾ ਹੈ। ਦੇ ਕੈਨ ਨਾਟ ਸੀ ਅ ਫੀਮੇਲ ਡੂਇੰਗ ਗੁੱਡ ਇਨ ਸਪੈਸੀਫਿਕ ਫੀਲਡਸ, ਬਿਕਾਜ਼ ਮੈਨੂੰ ਲੱਗਦਾ ਹੈ ਕਿ ਜਿਹੜਾ ਇੱਕ ਆਪਣੇ ਅੰਦਰ ਇੱਕ ਕਮਜ਼ੋਰ ਆਦਮੀ ਹੁੰਦਾ ਨਾ, ਆਪਣੇ ਅੰਦਰ ਦਾ ਜੋ ਖੁਦ ਇਨਸਿਕਿਉਰ ਹੁੰਦਾ ਹੈ, ਉਹ ਕਿਸੇ ਨੂੰ ਅੱਗੇ ਵੇਖ ਕੇ ਰਾਜ਼ੀ, ਵੱਧਦਾ ਵੇਖ ਕੇ ਰਾਜ਼ੀ ਨਹੀਂ ਹੁੰਦਾ। ਜਿਸ 'ਚ ਵਾਕਈ ਟੈਲੈਂਟ ਹੋਏਗਾ ਨਾ, ਉਹ ਦੂਸਰੇ ਨੂੰ ਵੀ ਸਪੋਰਟ ਕਰੇਗਾ। ਅਤੇ ਰੀਜ਼ਨ ਇਹੀ ਹੈ ਮੇਨ, ਮੈਂ ਕਹਾਂਗੀ ਕਿ ਤਾਂ ਹੀ ਅਸੀਂ ਸਰਦਾਰ ਨਾ ਕਸ਼ਮੀਰ ਦੇ ਪਿੱਛੇ ਹਾਂ। ਅਸੀਂ ਕਿੱਥੇ ਵੀ ਜਾਓ,
ਕਿੱਥੇ ਦਿਸਦੇ ਆ ਮੈਨੂੰ ਦੱਸੋ? ਕਿਸੇ ਚੰਗੀ ਪੋਸਟ ਤੇ ਨਹੀਂ ਆ। ਮੈਂ ਕਹਿੰਦੀ ਹਾਂ ਕਸ਼ਮੀਰੀ ਪੰਡਤਾਂ ਨੇ ਘੱਟੋ ਘੱਟ ਪੱਥਰ ਮਾਰੇ ਹੋਣਗੇ, ਕੁਝ ਕੀਤਾ ਹੋਏਗਾ ਨਾ, 4 ਲੋਕਾਂ ਨੇ ਮਿਲ ਕੇ ਸਪੋਰਟ, ਯੂਨਿਟੀ ਨਹੀਂ ਹੈ, ਜ਼ੀਰੋ ਯੂਨਿਟੀ। ਅਗਰ ਕਿਸੇ ਨੇ ਸਰਦਾਰਾਂ ਵਿੱਚ ਸਪੋਜ਼ ਮੈਂ ਕਹਿੰਦੀ ਹਾਂ ਗੱਡੀ ਲਿਆਈ, ਕੁਝ ਚੰਗਾ ਕੀਤਾ, ਕੁਝ ਵੱਡਾ ਕੰਮ ਕੀਤਾ, ਸਪੋਜ਼ ਕੁਝ ਛੋਟਾ ਵੀ ਕੀਤਾ, ਕਿੱਦਾਂ ਆ ਗਿਆ? ਪੱਕਾ ਕੁਝ ਗਲਤ ਕੀਤਾ ਹੋਣਾ ਹੈ। ਸਮਝ ਲਓ ਤੁਸੀਂ ਉਹ ਮੈਂਟੈਲਿਟੀ ਬੜੀ ਛੋਟੀ ਹੋ ਗਈ ਹੈ, ਸੋਚ ਬੜੀ ਛੋਟੀ ਰਹਿ ਗਈ ਹੈ। ਉਹ ਸਪੋਰਟ ਕਰਕੇ ਰਾਜ਼ੀ ਨਹੀਂ, ਕਿਉਂ? ਉਹਨੂੰ ਲੱਗਦਾ ਮੈਂ ਵਧਾਂ। ਅਰੇ ਤੁਹਾਡਾ ਅਗਰ ਬੱਚਾ ਕੋਈ ਅੱਗੇ ਵਧ ਰਿਹਾ ਸਿੱਖ ਕਮਿਊਨਿਟੀ ਦਾ, ਤੇ ਤੁਸੀਂ ਵੀ ਤਾਂ ਨੈਚੁਰਲੀ ਅੱਗੇ ਵਧ ਰਹੇ ਹੋ ਨਾ। ਤੇ ਇਸ ਸੋਚ ਤੋਂ ਪਰੇ ਹਟੋ। ਤੁਹਾਨੂੰ ਲੱਗਦਾ ਕਿ ਮੈਂ ਅਕੇਲਾ, ਇੰਡੀਵਿਜੂਅਲ ਗਰੋਥ ਕਦੇ ਨਹੀਂ ਹੁੰਦੀ। ਜਦ ਸਾਰੇ ਇਕੱਠੇ ਹੋ ਕੇ ਚੱਲਦੇ ਨੇ, ਸਾਂਝੇ ਹੋ ਕੇ ਚੱਲਦੇ ਨੇ, ਤਾਂ ਹੀ ਗਰੋਥ ਹੁੰਦੀ ਹੈ। ਤੇ ਇਹ ਉਹਨਾਂ ਦੀ ਸੋਚ ਹੈ। ਉਹਨਾਂ ਨੂੰ ਲੱਗਦਾ ਕਿ ਮੈਂ ਅਕੇਲੇ ਅੱਗੇ ਵਧਾਂ, ਬਟ ਅਕੇਲੇ ਸੌਰੀ ਤੁਸੀਂ ਕਦੇ ਅੱਗੇ ਨਹੀਂ ਵਧ ਸਕਦੇ ਜਦ ਤੁਸੀਂ ਸਾਰਿਆਂ ਨੂੰ ਜੁੜ ਕੇ ਅੱਗੇ ਵਧੋ। ਜਿਵੇਂ ਮੈਂ ਆਪਣੀ ਕਮਿਊਨਿਟੀ ਨੂੰ 2 ਵਾਰੀ ਰਿਪਰੈਜ਼ੈਂਟ ਵੀ ਕੀਤਾ। ਇੱਕ ਵਾਰੀ ਡੈਲੀਮੇਸ਼ਨ ਕਮਿਸ਼ਨ ਆ ਕੇ, ਇੱਕ ਵਾਰੀ ਅਸੀਂ LG ਕੋਲ ਵੀ ਗਏ ਸੀ ਦਰਖਾਸਤ ਲੈ ਕੇ, ਇੱਕ ਦੋ ਵਾਰੀ। ਤੇ ਮੈਂ ਕਿਸ ਪਰਪਸ ਲਈ ਕੀਤਾ ਕਿ ਨਹੀਂ ਚਲੋ ਮੇਰੀ ਆਪਣੀ ਕਮਿਊਨਿਟੀ ਹੈ। ਤਦ ਵੀ ਲੋਕਾਂ ਨੇ ਕੀ ਕਿਹਾ, ਕੀ ਫੈਲਾਇਆ, ਇਹਨੇ ਪੱਕਾ BJP ਜੁਆਇਨ ਕਰ ਲਿੱਤਾ ਹੈ, ਇਹ ਪੋਲੀਟਿਕਸ 'ਚ ਚਲੀ ਗਈ ਹੈ। ਠੀਕ ਹੈ, ਅਗਰ ਕੋਈ ਜਾਂਦਾ ਵੀ ਹੈ ਸੋ ਵਟ, ਕਿੱਥੇ ਹੈ ਤੁਹਾਡਾ ਕੋਈ ਸਰਦਾਰ? ਦੱਸੋ ਮੈਨੂੰ, ਕੋਈ ਚੰਗੀ ਪੋਸਟ 'ਚ ਹੈਗਾ? ਕੌਣ ਜੱਜ ਹੈ? ਕੌਣ ਚੰਗੀ ਪੋਸਟ 'ਤੇ ਕੋਈ ਹੈਗਾ ਹੈ? ਨਾ ਹੀ ਕੋਈ ਲਾਅ ਫੀਲਡ 'ਚ ਆਉਂਦਾ ਹੈ। ਅਗਰ ਮੈਂ ਫੀਲਡ ਦੀ ਗੱਲ ਕਰਾਂ, ਸਭ ਇੰਜੀਨੀਅਰਿੰਗ ਵੱਲ, ਗੌਰਮੈਂਟ ਜੋਬਾਂ ਵੱਲ, ਡਾਕਟਰੇਟ ਵੱਲ, ਇੱਥੇ ਉੱਥੇ 50 ਤੇ ਇੰਜੀਨੀਅਰਿੰਗ ਵੱਲ 50% ਮੈਂ ਕਹਾਂਗੀ ਡਾਕਟਰੇਟ ਵੱਲ ਜਾਂਦੇ ਨੇ। ਲਾਅ ਕਿਉਂ ਨਹੀਂ ਕਰਾਉਂਦੇ ਤੁਸੀਂ? ਮੈਂ ਤੇ ਹੈਰਾਨ ਆ, ਕੋਰਟ 'ਚ ਮੈਨੂੰ ਲੱਗਦਾ ਮੁਸ਼ਕਿਲ ਨਾਲ 10 ਸਰਦਾਰ ਹੋਣਗੇ ਤੇ ਲੁਕੜੀ ਮੈਂ ਇੱਕ ਖਾਲੀ। ਮੈਨੂੰ ਵੀ ਫੀਲ ਹੁੰਦਾ ਕਿ ਕਿਉਂ, ਵਾਈ। ਇਹ ਵੱਡੇ ਪ੍ਰਸ਼ਨ ਨੇ ਕਿ ਠੀਕ ਹੈ, ਅਸੀਂ ਇਹ ਗੱਲ ਨੂੰ ਬਰਕਤ ਕੌਰ ਹੋਰ ਰਤਨ ਨੇ ਜਿਵੇਂ ਇਹ ਗੱਲ ਨੂੰ ਰੱਖਿਆ ਕਿ ਅਸੀਂ ਜਿਹੜਾ ਵਕਾਲਤ ਦੇ ਪੇਸ਼ੇ ਵੱਲ ਘੱਟ ਜਾ ਰਹੇ ਹਾਂ। ਠੀਕ ਹੈ, ਜੋ ਜਿਸ ਪੇਸ਼ੇ ਵੱਲ ਜਾ ਰਿਹਾ ਉਸ ਦੀ ਆਪਣੀ ਮਰਜ਼ੀ ਹੈ, ਉਸ ਦੀ ਆਪਣੀ ਸਹਿਮਤੀ ਨੇ, ਉਸ ਦੀ ਆਪਣੀਆਂ ਪਰਿਵਾਰਕ ਜਿਹੜੀਆਂ ਨੇ ਉਹ ਲੋੜਾਂ ਨੇ। ਸ਼ਾਇਦ ਉਹ ਇਹ ਤਾਂ ਹੀ ਕਰਕੇ ਜੋ ਡਾਕਟਰੇਟ ਕਰ ਰਹੇ ਨੇ ਜਾਂ ਜੋ ਡਾਕਟਰ ਦੇ ਪੇਸ਼ੇ ਵੱਲ ਜਾ ਰਹੇ ਨੇ ਜਾਂ ਜੋ ਇੰਜੀਨੀਅਰਿੰਗ ਦੇ ਪੇਸ਼ੇ ਵੱਲ ਜਾ ਰਹੇ ਨੇ, ਉਹਨਾਂ ਦੇ ਆਪਣੇ ਜਿਹੜੀ ਨਿੱਜੀ ਰਾਏ ਹੈ ਉਹ ਹੁੰਦੀ ਹੈ। ਲੇਕਿਨ ਬਰਕਤ ਕੌਰ ਹੋਰ ਰਤਨ ਦਾ ਇਹ ਵੀ ਕਹਿਣਾ ਹੈ ਕਿ ਵਕਾਲਤ ਦਾ ਪੇਸ਼ਾ ਵੀ ਹੈ ਜਿਸ ਦੇ ਵਿੱਚ ਅਸੀਂ ਆਪਣੀ ਉਪਜੀਵਿਕਾ ਨੂੰ ਵਧੀਆ ਤਰੀਕੇ ਨਾਲ ਜੀ ਸਕਦੇ ਹਾਂ ਔਰ ਚੰਗਾ ਨਾਮਣਾ ਵੀ ਖੱਟ ਸਕਦੇ ਹਾਂ ਔਰ ਬਨਸਪਤ ਸਮਾਜ ਭਲਾਈ ਦੇ ਖੇਤਰ ਵਿੱਚ ਆਪਣਾ ਨਿਰੰਤਰ ਤੌਰ ਤੇ ਕਾਰਜ ਵੀ ਕਰ ਸਕਦੇ ਹਾਂ। ਸਵਾਲ ਮੈਂ ਇਸ ਲਈ ਤੁਹਾਨੂੰ ਇਹ ਵੀ ਪੁੱਛਣਾ ਚਾਹਾਂਗਾ ਇੱਥੇ ਕਿ ਕਿਵੇਂ ਵੇਖਦੇ ਹੋ ਸਾਰਾ ਵਰਤਾਰਾ ਜਿਹੜਾ ਹੋ ਰਿਹਾ ਅੱਜ ਦੇ ਸਮੇਂ ਵਿੱਚ? ਜਿਵੇਂ ਤੁਸੀਂ ਖੁੱਲ੍ਹ ਕੇ ਗੱਲ ਕੀਤੀ ਹੈ, ਜਿਹੜੇ ਸਾਡੇ ਪ੍ਰਬੰਧਕ ਨੇ, ਜਿਹੜੇ ਸਾਡੇ ਗੁਰਦੁਆਰਾ ਪ੍ਰਬੰਧਕੀ ਜਿਹੜਾ ਢਾਂਚਾ ਹੈ ਉਹ ਕੇਵਲ ਤੇ ਕੇਵਲ ਸਿਆਸਤ ਤੱਕ ਸੀਮਤ ਹੋ ਚੁੱਕਿਆ ਹੈ, ਪਰ ਤੁਸੀਂ ਕਿਵੇਂ ਵੇਖਦੇ ਹੋ ਕਿ ਕੀ ਸੁਨੇਹਾ ਦੇਣਾ ਚਾਹੋਗੇ? ਮੈਂ ਖਾਸ ਤੌਰ ਤੇ ਇਹ ਪੁੱਛਣਾ ਚਾਹਾਂਗਾ ਇੱਕ ਬਾਣੀ ਦੇ ਮਾਧਿਅਮ ਰਾਹੀਂ ਕਿ ਕਿਵੇਂ ਇਹਨਾਂ ਤੋਂ ਛੁਟਕਾਰਾ ਪਾ ਕੇ ਅਸੀਂ ਸਾਂਝੇ ਮੰਚ ਤੇ ਇਕੱਠੇ ਹੋ ਸਕਦੇ ਹਾਂ ਤੇ ਵਧੀਆ ਢੰਗ ਨਾਲ ਜਿਹੜੀ ਨੌਜਵਾਨ ਪੀੜ੍ਹੀ ਹੈ ਉਸ ਦੀ ਹੌਸਲਾ ਅਫਜ਼ਾਈ ਕਰ ਸਕਦੇ ਹਾਂ। ਕੀ ਸੁਨੇਹਾ ਦੇਣਾ ਚਾਹੋਗੇ? ਮੈਂ ਇਹ ਕਹਿਣਾ ਚਾਹਾਂਗੀ ਕਿ ਪਲੀਜ਼ ਗੁਰਦੁਆਰੇ ਦੀ ਪੋਲੀਟਿਕਸ ਤੋਂ ਬਾਹਰ ਨਿਕਲੋ। ਇਲੈਕਸ਼ਨਾਂ ਜਦ ਅਸੀਂ ਇਲੈਕਸ਼ਨ ਹੁੰਦੇ ਨੇ, ਜਦ ਅਸੀਂ ਵੋਟ ਕਰਦੇ ਹਾਂ, ਪਲੀਜ਼ ਤੁਸੀਂ ਇੱਕ ਵਾਈਸ ਮਾਈਂਡ ਵਾਲੇ ਨੂੰ, ਐਜੂਕੇਟਿਡ ਬੰਦੇ ਨੂੰ, ਸਮਝਦਾਰ ਬੰਦੇ ਨੂੰ ਵੋਟ ਕਰੋ। ਇਹ ਨਹੀਂ ਕਿ ਫੇਵਰਿਜ਼ਮ ਵਿੱਚ ਵੋਟ ਕਰਦੇ ਹਾਂ ਅਸੀਂ ਕਿ ਇਹ ਸਾਡਾ ਨੋਨ ਹੈ, ਅੱਛਾ ਬੰਦਾ ਹੈ। ਅੱਛਾ ਕਿਸ ਨੂੰ ਕਹਿੰਦੇ ਹੋ ਤੁਸੀਂ? ਉਹ ਜਿਹੜੀ ਸਮਾਜ ਦੀ ਭਲਾਈ ਕਰੇ। ਜਿਵੇਂ ਮੈਂ ਤੁਹਾਨੂੰ ਕਿਹਾ ਕਿ ਇੱਕ ਬੱਚਾ ਜਿਹਨੂੰ ਇੱਕ ਐਪਲੀਕੇਸ਼ਨ ਲੈਣ ਲਈ 7 ਸਾਲ ਲੱਗ ਗਏ, ਜਿਹਨੂੰ ਮੁਸਲਿਮ ਕਮਿਊਨਿਟੀ ਸਪੋਰਟ ਕਰ ਰਹੀ ਹੈ, ਉਹਨੇ ਐਪਲੀਕੇਸ਼ਨ ਦੇ ਦਿੱਤੀ ਹੈ ਤੇ ਉਹ ਨਹੀਂ ਦੇ ਰਹੇ ਨੇ। ਉਹ ਕਿਉਂ ਕਹਿ ਰਹੇ ਨੇ? ਈਵਨ ਮੇਰੇ ਨਾਲ ਵੀ ਥੋੜੀ ਹੋ ਗਈ ਉਹਨਾਂ ਦੀ। ਕਹਿੰਦੇ ਨੇ, ਲਿਖਦੇ ਨੇ ਕਿ ਅਸੀਂ ਕਿਉਂ ਸਾਈਨ ਕਰੀਏ? ਤੁਸੀਂ ਫਰਦ ਥੋੜੀ ਦੇ ਰਹੇ ਹੋ, ਤੁਸੀਂ ਜੱਜ ਥੋੜੀ ਹੋ। ਤੁਹਾਡੇ ਉਹ ਸਾਈਨ ਦੀ ਫਰਦ ਦੇਣ ਦੀ ਅਥਾਰਟੀ ਤੁਹਾਡੇ ਕੋਲ ਹੈਗੀ ਵੀ ਨਹੀਂ। ਜਿਹੜੀ ਚੀਜ਼ ਨੌਲੇਜ ਦੀ ਹੈ ਉਹ ਤੁਹਾਡੇ ਕੋਲੋਂ ਮੰਗ ਰਹੇ ਨੇ, ਜੋ ਤੁਹਾਡੇ ਕੋਲੋਂ ਹੀ ਮਿਲਣੀ ਹੈ। ਤੇ ਮੈਂ ਇਹੀ ਦੇਣਾ ਚਾਹਾਂਗੀ ਕਿ ਪਲੀਜ਼ ਜਦ ਤੁਸੀਂ ਵੋਟ ਕਰਦੇ ਹੋ ਢੰਗ ਨਾਲ ਕਰੋ, ਉਨ ਲੋਕਾਂ ਨੂੰ ਕਰੋ ਜੋ ਵਾਕਈ ਐਜੂਕੇਸ਼ਨ ਜਿਹਨਾਂ ਨੂੰ ਹੋਵੇ, ਜਿਹਨਾਂ ਨੂੰ ਸਮਝ ਹੋਵੇ ਕਿ ਕਿਸ ਤਰ੍ਹਾਂ ਕੀ ਚੀਜ਼ ਹੁੰਦੀ ਹੈ। ਤੇ ਪਲੀਜ਼ ਆਪਣੇ ਬੱਚੇ ਨੂੰ ਸਪੋਰਟ ਕਰੋ। ਕੋਈ ਅਗਰ ਚੰਗੀ ਚੀਜ਼ ਕਰਦਾ ਉਹਨੂੰ ਗੁਰਦੁਆਰੇ 'ਚ ਆ ਕੇ ਸਨਮਾਨਿਤ ਕਰੋ। ਇਹ ਨਹੀਂ ਕਿ ਤੁਸੀਂ ਬਸ ਮੈਂ ਇਹ ਵੀ ਦੇਖਿਆ ਸਰੋਪਾ ਪਾਉਂਦੇ ਨੇ ਬੱਚਿਆਂ ਨੂੰ, ਉਹ ਵੀ ਕੀ ਜਿਵੇਂ ਨੋਰਮਲ ਜਿਹਾ ਸਤਸੰਗ ਰੱਖਤਾ, ਕੁਛ ਰੱਖਤਾ, ਉਸ ਦੇ ਰਿਗਾਰਡਿੰਗ ਹੁੰਦਾ ਹੈ। ਕੋਈ ਸਪੈਸੀਫਿਕ ਫੀਲਡਸ ਵੀ ਚੰਗਾ ਕਰ ਰਿਹਾ ਹੁੰਦਾ ਹੈ, ਉਸ ਲਈ ਵੀ ਹੌਸਲਾ ਅਫਜ਼ਾਈ ਰੱਖੋ, ਸੈਮੀਨਾਰਸ ਰੱਖੋ। ਸਾਡੀ ਕੁੜੀਆਂ, ਸਾਡੀ ਭੈਣਾਂ ਇੰਨੀ ਦੁਖੀ ਹਨ ਤੇ ਇੱਕ ਛੋਟੀ ਕਮੇਟੀਜ਼ ਬਣਾਓ, 4 ਬੰਦਿਆਂ ਦੀ, 5 ਕੁੜੀਆਂ ਦੀ ਹਰ ਇੱਕ ਗੁਰਦੁਆਰੇ ਵਿੱਚ, ਜਿਹੜੀਆਂ ਕੁੜੀਆਂ ਉੱਥੇ ਜਾ ਕੇ ਆਪਣੀ ਗੱਲ ਦੱਸ ਸਕਣ, ਜਿਹੜੀ ਕੌਨਫੀਡੈਂਸ਼ੀਅਲ ਰਹੇ, ਤਾਂ ਕਿ ਉਹਨਾਂ ਦੀ ਮਦਦ ਹੋ ਸਕੇ। ਚਲੋ ਦੁਨੀਆ ਸਾਹਮਣੇ ਨਹੀਂ ਹਰ ਕੋਈ ਰਿਵੀਲ ਕਰ ਸਕਦਾ ਆਪਣੀ ਪ੍ਰੋਬਲਮ, ਇਹ ਸੱਚ ਹੈ। ਆਪਣੀ ਨਿੱਜੀ ਜ਼ਿੰਦਗੀ ਕੋਈ ਰਿਵੀਲ ਨਹੀਂ ਕਰ ਸਕਦਾ। ਤੇ ਇਹੋ ਜਿਹੀਆਂ ਛੋਟੀ ਕਮੇਟੀਆਂ ਬਣਾਈ ਜਾਣ, ਕੁੜੀਆਂ ਨੂੰ ਸਪੋਰਟ ਕੀਤਾ ਜਾਵੇ, ਉਹਨਾਂ ਦੀ ਪ੍ਰੋਬਲਮ ਸੁਣੀ ਜਾਏ ਤੇ ਨਾਲੇ ਸਪੈਸੀਫਿਕ ਫੀਲਡ 'ਚ ਜਿਹੜਾ ਕੋਈ ਅੱਛਾ ਕਰ ਰਿਹਾ ਉਹਨੂੰ ਸਪੋਰਟ ਕੀਤਾ ਜਾਏ। ਸੈਮੀਨਾਰ ਰੱਖੇ ਜਾਣ। ਗੁਰਦੁਆਰਾ ਇਸ ਲਈ ਵੀ ਤਾਂ ਯੂਜ਼ ਹੋ ਸਕਦਾ ਹੈ ਨਾ। ਟੈਂਟ ਲਾ ਕੇ ਇੱਕ ਛੋਟਾ ਜਿਹਾ ਸੈਮੀਨਾਰ ਕਰ ਲਓ ਕਿ ਇਹ ਬੱਚੀ ਇਸ ਫੀਲਡ 'ਚ ਹੈ, ਅੱਛਾ ਇੱਕ ਡਾਕਟਰ ਨੂੰ ਲਿਆਓ, ਇੱਕ ਐਡਵੋਕੇਟ ਨੂੰ ਲਿਆਓ, ਇੱਕ ਕਿਸੇ ਔਰ ਸਪੈਸੀਫਿਕ ਫੀਲਡ ਨੂੰ, ਉਹ ਆਪਣਾ ਐਕਸਪੀਰੀਅੰਸ ਸ਼ੇਅਰ ਕਰੇ ਛੋਟੇ ਬੱਚਿਆਂ ਨਾਲ, ਤਾਂ ਕਿ ਉਹਨਾਂ ਨੂੰ ਵੀ ਕਰੀਅਰ ਚੂਜ਼ ਕਰਨ ਲਈ ਹੈਲਪ ਮਿਲੇ, ਸਹੀ ਗਲਤ ਦਾ ਪਤਾ ਚੱਲੇ। ਤੇ ਨਾਲੇ ਕੋਈ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਹੈ, ਕੁੜੀਆਂ ਭਟਕ ਰਹੀਆਂ ਨੇ, ਕੋਈ ਕਿਹਨੂੰ ਕੋਈ ਬਲੈਕਮੇਲ ਕਰ ਰਿਹਾ ਹੈ, ਖੁੱਲ੍ਹ ਕੇ ਆ ਕੇ ਦੱਸਣ। ਕਿੱਥੇ ਜਾਣ ਉਹ ਕਮੇਟੀ 'ਚ, ਕਿੱਥੇ ਜਾਣ? ਤੁਹਾਨੂੰ ਪਤਾ ਹੈ ਉੱਥੇ ਕੋਈ ਹੈਲਪ ਕਰੇਗਾ ਨਹੀਂ ਜਦ।
ਸਵਾਲ ਇੱਥੇ ਇਹ ਵੀ ਉੱਠਦਾ ਨਾ ਕਈ ਵਾਰ ਕਿ ਜਿਹੜੇ ਤੁਹਾਨੂੰ ਇੱਕ ਬਾਣੀ ਦੇ ਮਾਧਿਅਮ ਰਾਹੀਂ ਦੇਖ ਰਹੇ ਨੇ ਜਾਂ ਜਿਨ੍ਹਾਂ ਤੱਕ ਤੁਹਾਡੀ ਆਵਾਜ਼ ਜਿਹੜੀ ਇੱਕ ਬਾਣੀ ਦੇ ਮਾਧਿਅਮ ਰਾਹੀਂ ਜਾਏਗੀ, ਕਈ ਵਾਰ ਇਹ ਵੀ ਹੁੰਦਾ ਕਿ ਅਸੀਂ ਪ੍ਰਸ਼ਨ ਚੁੱਕ ਤਾਂ ਲੈਂਦੇ ਹਾਂ ਲੇਕਿਨ ਆਪੂ ਜਵਾਬ ਦੇ ਜਿਹੜੇ ਅਸੀਂ ਹੁੰਦੇ ਉਹ ਨਹੀਂ ਹੋ ਸਕਦੇ। ਇਹ ਵੀ ਸਾਡੇ ਸਾਹਮਣੇ ਕਈ ਵਾਰ ਇੱਕ ਸਮੱਸਿਆ ਪੈਦਾ ਹੋ ਜਾਂਦੀ ਹੈ ਕਿ ਅਸੀਂ ਕਿਸੇ ਵੱਲ ਉਂਗਲ ਚੁੱਕ ਤੇ ਲੈਂਦੇ ਹਾਂ ਕਿ ਸਾਡਾ ਵਰਗ ਵਿਸ਼ੇਸ਼ ਤੇ ਜਿਹੜੇ ਪ੍ਰਤੀਨਿਧ ਨੇ, ਮੈਂ ਖਾਸ ਕਰਕੇ ਤੁਹਾਡੀ ਜਾਣਕਾਰੀ ਲਈ ਔਰ ਦਰਸ਼ਕਾਂ ਦੀ ਜਾਣਕਾਰੀ ਲਈ ਵੀ ਇਹ ਦੱਸਾਂਗਾ, ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਜੰਮੂ ਵੱਲੋਂ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਹੜਾ ਸਮਾਗਮ ਕੀਤਾ ਗਿਆ ਸੀ, ਉਹਦੇ ਵਿੱਚ ਸਾਡੇ ਜਿਹੜੇ ਬੱਚੇ ਜਿਹੜੇ ਕਿਸੇ ਉੱਚੀਆਂ ਪੋਸਟਾਂ ਤੇ ਪਹੁੰਚ ਚੁੱਕੇ ਨੇ ਜਾਂ ਆਪਣੇ ਅਜਿਹੇ ਸਫ਼ਰ ਨੂੰ ਤੈਅ ਕਰਨੇ ਨੇ ਜਿਸ ਦੇ ਵਿੱਚ ਉਹਨਾਂ ਨੂੰ ਕੱਲ੍ਹ ਨੂੰ ਕਾਮਯਾਬੀ ਮਿਲ ਕੇ ਸਮਾਜ ਭਲਾਈ ਦੀ ਸਿੱਖ ਸਮਾਜ ਦੀ ਭਲਾਈ ਦੀ ਜਾਂ ਅਸੀਂ ਕਹਿ ਲਈਏ ਸਮੁੱਚੇ ਸਮਾਜ ਦੀ ਭਲਾਈ ਲਈ ਆਪਣੇ ਕਾਰਜ ਕਰਨਗੇ, ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਮੈਂ ਤੁਹਾਡੀ ਜਾਣਕਾਰੀ ਲਈ ਵੀ ਤੇ ਦਰਸ਼ਕਾਂ ਦੀ ਜਾਣਕਾਰੀ ਲਈ ਵੀ ਇਹ ਦੱਸਣਾ ਚਾਹਾਂਗਾ। ਪਰ ਕਈ ਵਾਰ ਸਵਾਲ ਇਹ ਵੀ ਉੱਠਦਾ ਔਰ ਕਮੈਂਟਾਂ ਰਾਹੀਂ ਵੀ ਕਈ ਵਾਰ ਇਹ ਚੀਜ਼ਾਂ ਪੁੱਛੀਆਂ ਜਾਂਦੀਆਂ ਨੇ ਕਿ ਜਿਹੜੀ ਸ਼ਖਸੀਅਤ ਸਮਾਜ ਉੱਤੇ ਇਹ ਪ੍ਰਸ਼ਨ ਚਿੰਨ੍ਹ ਲਗਾ ਰਹੀ ਹੈ ਉਸ ਦਾ ਆਪਣਾ ਕੀ ਯੋਗਦਾਨ ਹੈ। ਧਾਰਮਿਕਤਾ ਦੇ ਪੱਧਰ ਤੋਂ ਵੀ ਮੈਂ ਪੁੱਛਣਾ ਚਾਹਾਂਗਾ ਕਿਉਂਕਿ ਅਸੀਂ ਦਾਅਵਾ ਤਾਂ ਕਰ ਦਿੰਦੇ ਹਾਂ ਸਾਨੂੰ ਸਿੱਖ ਸਮਾਜ ਨੂੰ ਅੱਗੇ ਆ ਕੇ ਧੀਆਂ ਦੇ ਮਸਲੇ ਸੁਲਝਾਉਣੇ ਚਾਹੀਦੇ ਨੇ, ਧਾਰਮਿਕ ਪੱਖ ਤੋਂ ਸਾਨੂੰ ਸੁਚੇਤ ਹੋਣਾ ਚਾਹੀਦਾ, ਲੇਕਿਨ ਕਈ ਵਾਰ ਸਾਡਾ ਆਪਣਾ ਧਾਰਮਿਕ ਜੀਵਨ ਵੀ ਅਜਿਹੇ ਪੱਧਰ ਦਾ ਨਹੀਂ ਹੁੰਦਾ। ਸਵਾਲ ਉੱਠੇਗਾ, ਕਮੈਂਟਾਂ ਰਾਹੀਂ ਸਾਡੇ ਤੱਕ ਸਵਾਲ ਆਉਣਗੇ, ਇਸ ਕਰਕੇ ਮੈਂ ਤੁਹਾਡੇ ਨਿੱਜੀ ਤੌਰ ਤੇ ਪੁੱਛਣਾ ਚਾਹਾਂਗਾ ਤੁਸੀਂ ਕੀ ਸੋਚਦੇ ਹੋ ਇਸ ਬਾਰੇ। ਇਨਸਾਨ ਨੂੰ ਧਾਰਮਿਕਤਾ ਦੇ ਉੱਤੇ ਵੀ ਖਰਾ ਹੋਣਾ ਚਾਹੀਦਾ ਕਿਉਂਕਿ ਜਿਵੇਂ ਤੁਸੀਂ ਇਹ ਜ਼ਿਕਰ ਕੀਤਾ ਕਿ ਤੁਸੀਂ ਕੌਰ ਹੋ ਔਰ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੁਹਾਨੂੰ ਇਹ ਖਿਤਾਬ ਦਿੱਤਾ ਹੈ ਉਸ ਸੰਬੰਧੀ, ਕਿਉਂਕਿ ਮੈਂ ਇਹ ਮੇਰਾ ਸਵਾਲ ਨਹੀਂ ਹੋਏਗਾ, ਇਹ ਦਰਸ਼ਕਾਂ ਦਾ ਸਵਾਲ ਹੋਏਗਾ, ਉਹਨਾਂ ਦਾ ਸਵਾਲ ਹੋਏਗਾ ਜਿਨ੍ਹਾਂ ਪ੍ਰਤੀ ਤੁਸੀਂ ਆਪਣਾ ਇੱਕ ਰੋਸ਼ ਹੈ ਉਹ ਪ੍ਰਗਟਾਇਆ, ਸੋ ਉਹਨਾਂ ਦਾ ਸਵਾਲ ਦਾ ਜਵਾਬ ਤੁਸੀਂ ਦਿਓ। ਮੈਂ ਪਹਿਲਾਂ ਕਹਾਂਗੀ ਜੰਮੂ ਬਾਰੇ ਮੈਨੂੰ ਕੋਈ ਨੌਲੇਜ ਨਹੀਂ ਹੈ, ਠੀਕ ਹੈ। ਜੰਮੂ ਬਾਰੇ ਤਾਂ ਮੈਂ ਕੁਝ ਕਹਿ ਨਹੀਂ ਸਕਦੀ। ਮੈਂ ਸਪੈਸੀਫਿਕਲੀ ਕਸ਼ਮੀਰ ਤੋਂ ਬਿਲੋਂਗ ਕਰਦੀ ਹਾਂ, ਸ਼੍ਰੀਨਗਰ ਤੋਂ ਬਿਲੋਂਗ ਕਰਦੀ ਹਾਂ ਅਤੇ ਮੈਂ ਉੱਥੇ ਦੀ ਪ੍ਰੋਬਲਮਸ ਅਰਾਈਜ਼ ਕਰ ਰਹੀ ਹਾਂ। ਅਤੇ ਜਿਵੇਂ ਤੁਸੀਂ ਗੱਲ ਕੀਤੀ, ਜਿਵੇਂ ਮੇਰਾ ਥੀਏਟਰ ਹੈ, ਮੈਂ ਪਹਿਲਾਂ ਵੀ ਮੈਂਸ਼ਨ ਕੀਤਾ ਸੀ, ਉਹ ਰਿਲੀਜੀਅਸ ਨਹੀਂ ਆ, ਉਹ ਕਲਚਰਲ ਆ। ਸਾਡੀ ਕਲਚਰਲ ਚੀਜ਼ਾਂ ਵੀ ਬਹੁਤ ਨੇ ਅਤੇ ਮੈਂ ਰਿਲੀਜਨ ਦੀ ਇੱਥੇ ਗੱਲ ਹੀ ਨਹੀਂ ਕੀਤੀ। ਆਈ ਡੈਂਟ ਟਾਕ ਅਬਾਊਟ ਦੈਟ ਥਿੰਗ ਕਿ ਮੈਂ ਰਿਲੀਜਨ ਉਹ ਤਾਂ ਗਲਤ ਹੋ ਗਿਆ ਨਾ, ਮੈਂ ਕਹਾਂਗੀ ਮੈਂ ਕੀਰਤਨ ਕਰਵਾ ਰਹੀ ਹਾਂ। ਨੋ, ਆਈ ਡੈਂਟ ਸੇ ਦੈਟ ਥਿੰਗ। ਮੈਂ ਇਹ ਕਹਿ ਰਹੀ ਹਾਂ ਕਿ ਜਿਹੜੇ ਸੋਸ਼ਲ ਇਸ਼ੂਜ਼ ਨੇ, ਜਿਵੇਂ 12 ਵਜੇ ਦੇ ਉੱਤੇ ਮਜ਼ਾਕ ਉੱਡਦਾ ਹੈ, ਬਾਕੀ ਚੀਜ਼ਾਂ ਨੇ, ਮੈਂ ਉਹ ਚੀਜ਼ਾਂ ਸੋਸ਼ਲ ਇਸ਼ੂਜ਼, ਕਲਚਰਲ ਇਸ਼ੂਜ਼, ਉਹ ਮੈਂ ਦਰਸ਼ਕਾਂ ਤੱਕ ਪਹੁੰਚਾ ਰਹੀ ਹਾਂ। ਮੈਂ ਉਸ ਰਾਹੀਂ ਆਪਣਾ ਯੋਗਦਾਨ ਦੇ ਰਹੀ ਹਾਂ। ਮੈਂ ਇਹ ਵੀ ਨਹੀਂ ਕਹਾਂਗੀ ਕਿ ਹਾਂ ਮੈਂ ਸਵੇਰੇ ਸ਼ਾਮ ਗੁਰਦੁਆਰੇ ਜਾਂਦੀ ਹਾਂ, ਨਹੀਂ, ਮੈਂ ਘਰ ਬਹਿ ਕੇ ਸ਼ਾਮੀ ਇੱਕ ਵਾਰੀ ਰਹਿਰਾਸ ਸਾਹਿਬ ਦਾ ਪਾਠ ਕਰਦੀ ਹਾਂ, ਬਸ। ਮੈਂ ਉਹ ਚੀਜ਼ ਨਹੀਂ ਕਹਿ ਰਹੀ। ਮੈਂ ਇਹ ਚੀਜ਼ ਕਹਿ ਰਹੀ ਹਾਂ ਕਿ ਤੁਸੀਂ ਗੁਰਦੁਆਰੇ ਵਿੱਚ ਵੀ ਜਦ ਜਾਂਦੇ ਹੋ, ਤੁਸੀਂ ਕਹਿ ਰਹੇ ਹੋ ਨਾ, ਤੁਸੀਂ ਜਿਸ ਤਰ੍ਹਾਂ ਹਜੇ ਕਿਹਾ ਤੁਸੀਂ ਕਿ ਤੁਸੀਂ ਯੋਗਦਾਨ ਤੁਸੀਂ ਉੱਥੇ ਜਾ ਕੇ ਮਤਲਬ ਕਿ ਮੈਂ ਤੁਹਾਨੂੰ ਕੀ ਕਹਿ ਰਹੀ ਹਾਂ, ਸਪੋਰਟ ਹੀ ਨਹੀਂ ਹੈ। ਜਦ ਤੁਸੀਂ ਕੀ ਕਰੋਗੇ ਗੁਰਦੁਆਰੇ ਜਾ ਕੇ? ਮੈਂ ਅਗਰ ਕਹਾਂ ਕਿ ਮੈਂ ਜਾ ਕੇ ਗੁਰਦੁਆਰੇ ਸੈਮੀਨਾਰ ਕਰਨਾ ਚਾਹੁੰਦੀ ਹਾਂ, ਪਹਿਲਾਂ 50 ਕੁਐਸਚਨ ਅਰਾਈਜ਼ ਹੋ ਜਾਣਗੇ। ਮੈਂ ਇੱਕ ਇਵੈਂਟ ਹੀ ਕੀਤਾ ਅਤੇ ਮੇਰੇ 25 ਪੋਸਟਰ ਫਾੜਤੇ। ਮੈਨੂੰ ਫੋਨ 'ਤੇ ਕਿਹਾ ਗਿਆ ਜਾਓ ਜੀ ਤੁਸੀਂ ਮਸਜਿਦ ਜਾ ਕੇ ਲਾਓ ਪੋਸਟਰ, ਜਾਂ ਤੁਸੀਂ ਇਹ ਕਰੋ। ਮੈਨੂੰ ਇੰਨਾ ਕ੍ਰਿਟਿਸਿਜ਼ਮ, ਇੰਨਾ ਬੇਵਜ੍ਹਾ, ਜਦ ਕਿ ਕੋਈ ਗੱਲ ਹੀ ਨਹੀਂ ਸੀ। ਗੁਰੂ ਮਹਾਰਾਜ ਦੀ ਕਿਰਪਾ ਨਾਲ ਉਹ ਇੰਨਾ ਚੰਗਾ ਇਵੈਂਟ ਗਿਆ ਕਿ ਉਹਨਾਂ ਨੂੰ ਜਵਾਬ ਆਪਣੇ ਆਪ ਮਿਲ ਗਿਆ। ਲੇਕਿਨ ਮੈਂ ਇਹ ਚੀਜ਼ ਕਹਿ ਰਹੀ ਹਾਂ ਕਿ ਅਸੀਂ ਕਿਸ ਤਰ੍ਹਾਂ ਕੋਈ ਚੀਜ਼ ਕਰੀਏ। 1 ਔਰ 1 11 ਹੁੰਦੇ ਨੇ। ਮੈਂ ਕੁਝ ਕਰਨ ਜਾਵਾਂਗੀ, ਮੈਨੂੰ ਜਦ ਸਪੋਰਟ ਹੀ ਨਹੀਂ ਹੈ ਅਤੇ ਮੈਂ ਕੀ ਕਰਾਂ? ਮੈਂ ਜਾਵਾਂਗੀ ਜਾ ਕੇ ਅਕੇਲੀ ਜਾ ਕੇ ਖੜੀ ਹੋ ਜਾਣ ਕਿ ਮੈਨੂੰ ਗੁਰਦੁਆਰੇ ਵਿੱਚ ਜਾ ਕੇ ਨਾ ਸੈਮੀਨਾਰ ਕਰਨਾ ਹੈ ਅਤੇ ਮੈਂ ਆਪਣੀ ਬੱਚੀਆਂ ਲਈ, ਆਪਣੀ ਕੁੜੀਆਂ ਲਈ ਉਹਨਾਂ ਨੂੰ ਕੁਛ ਇਨਫੋਰਮੇਸ਼ਨ ਦੇਣਾ ਚਾਹੁੰਦੀ ਹਾਂ, ਜਾਂ ਮੈਂ ਚਾਹੁੰਦੀ ਹਾਂ ਕਿ ਇਸ ਤਰ੍ਹਾਂ ਤੁਸੀਂ ਗਰੁੱਪ ਬਣਾਓ, ਹਰ ਡਿਸਟ੍ਰਿਕਟ ਵਿੱਚ ਗਰੁੱਪ ਬਣਾਓ ਜਿੱਥੇ ਕੋਲ ਜਾ ਕੇ ਕੁੜੀਆਂ ਆਪਣੀ ਪ੍ਰੋਬਲਮ ਸ਼ੇਅਰ ਕਰੇ। ਮੈਂ ਕਿਸ ਤਰ੍ਹਾਂ ਕਰ ਸਕਦੀ ਹਾਂ? ਮੈਨੂੰ ਫੋਨ ਆਉਂਦਾ ਹੈ ਕਿ ਕਿਸੇ ਲਿੰਕ ਦੇ ਥਰੂ ਕਿ ਹਾਂਜੀ ਫਲਾਨੀ ਬੱਚੀ ਪਰੇਸ਼ਾਨੀ ਵਿੱਚ ਹੈ, ਬਰਕਤ ਤੁਹਾਡੀ ਹੈਲਪ ਚਾਹੀਦੀ ਹੈ। ਕਿਉਂਕਿ ਮੈਂ ਬੋਲਡ ਨੇਚਰ, ਮੈਂ ਕਾइंड हार्टेड भी हाँ, लेकिन मैं बोल्ड बिल्कुल ना, मैं निडर हाँ। मैं सच कहन तो डरदी नहीं, ना सच का साथ देन। तो मैंने लगता है जब मौत आनी, जब कोई परेशानी आनी है, वो गुरु महाराज के हत्थ में है। तो मैं वो किस तरह करती हाँ, जिन्ना मेरे हद तक है। तुम समझ रहे हो, मैं किसी की उन्नी ही हेल्प कर पावांगी जिन्ना मेरे को तुसी कहो रिसोर्सिस होंगे, उन्नी हेल्प कर पाऊंगी ना, उस तो ज़्यादा तो नहीं कर पाऊंगी। अपनी एक्सटेंट तो जाके नहीं कर पाऊंगी, वो मैं तद कर पाऊंगी एक्सटेंट तो जाके जब मैनू अपनी कम्यूनिटी का भी सपोर्ट होएगा, अपने बुजुर्गों का भी सपोर्ट होएगा। जो हैगा ही नहीं, मैनू फोन आता है कि फलानी कुड़ी परेशानी च है, वो इस तरह ਉੱਥੇ ਜਾਓ ਦੀ ਹੈਲਪ ਕਰੋ। ਮੈਂ ਜਾ ਕੇ ਕਰਦੀ ਹਾਂ। ਮੈਂ ਇੱਕ ਕੁੜੀ ਲਈ ਬਾਰਾਮੂਲਾ ਗਈ ਹਾਂ, ਉਹਨੂੰ ਪਰੇਸ਼ਾਨੀ 'ਚ ਕੱਢਣ ਦੀ ਕੋਸ਼ਿਸ਼ ਕੀਤੀ ਹੈ, ਬਟ ਐਟ ਲਾਸਟ ਦੈਟ ਵਾਜ਼ ਆਲਸੋ ਇਨਟੂ ਅ ਫੇਲੀਅਰ। ਇਤਨਾ ਐਫਰਟ ਲਾਉਣ ਲਈ ਕਿਉਂ? ਆਪਣੀ ਕਮਿਊਨਿਟੀ। ਅਤੇ ਇਹ ਮੈਂ ਕਹਿ ਰਹੀ ਹਾਂ ਕਿ ਮੇਰੇ ਕੋਲ ਜਿੰਨੇ ਰਿਸੋਰਸਿਸ ਨੇ, ਮੈਂ ਇਹ ਨਹੀਂ ਕਹਿ ਰਹੀ ਮੈਂ ਬਹੁਤ ਬੜੀ ਸੰਤ ਹਾਂ, ਮੈਂ ਬਹੁਤ ਬੜੀ ਮਹਾਤਮਾ ਹਾਂ, ਮੈਂ ਸਵੇਰੇ ਸ਼ਾਮ ਗੁਰਦੁਆਰੇ ਜਾ ਕੇ ਮੱਥਾ ਟੇਕਦੀ ਹਾਂ, ਨਹੀਂ। ਮੇਰਾ ਦਿਲ ਸਾਫ਼ ਹੈ, ਮੇਰੀ ਨੀਅਤ ਸਾਫ਼ ਹੈ। ਮੇਰੇ ਗੁਰੂ ਮਹਾਰਾਜ ਨੇ ਜਿਹੜਾ ਮੈਨੂੰ ਸਿਖਾਇਆ ਹੈ, ਬੁਰਾ ਨਹੀਂ ਮੰਨਣਾ। ਕੁਛ ਲੋਕ, ਮੈਂ ਸਭ 'ਤੇ ਕਮੈਂਟ ਨਹੀਂ ਕਰ ਰਹੀ। ਸਾਡੀ 'ਚ ਪ੍ਰੋਬਲਮ ਕੀ ਹੈ? 5 ਵਜੇ ਉੱਠ ਕੇ ਗੁਰਦੁਆਰੇ ਜਾਣਗੇ, ਬਾਹਰ ਨਿਕਲ ਕੇ ਨਿੰਦਿਆ ਚੁਗਲੀ, ਉਹਦੀ ਧੀ ਏ, ਉਹਦੀ ਨੂੰਹ ਏ, ਉਹਦਾ ਮੁੰਡਾ ਏ,
ਕੀ ਫਾਇਦਾ ਉਸ ਪਾਠ ਦਾ ਮੈਨੂੰ ਦੱਸੋ। ਉਸ ਤੋਂ ਚੰਗਾ ਹੈ ਕਿ ਤੁਸੀਂ ਘਰ ਬੈਠ ਕੇ ਵੀ ਅਗਰ ਪਾਠ ਕਰ ਰਹੇ ਹੋ ਬਟ ਤੁਸੀਂ ਲੋਕਾਂ ਦਾ ਭਲਾ ਕਰ ਰਹੇ ਹੋ, ਤੁਸੀਂ ਕਿਸੇ ਦੀ ਹੈਲਪ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਮੈਂ ਫਿਰ ਤੋਂ ਕਹਾਂਗੀ ਮੈਂ ਰਿਲੀਜੀਅਸ ਪੁਆਇੰਟ ਆਫ ਵਿਊ ਤੇ ਗਈ ਨਹੀਂ, ਮੈਂ ਗਈ ਕਲਚਰ ਜਾਂ ਫਿਰ ਤੁਸੀਂ ਕਹੋ ਸੋਸ਼ਲ ਇਸ਼ੂਜ਼ ਜਿਹੜੇ ਅਰਾਈਜ਼ਨ ਹੋ ਰਹੇ ਨੇ, ਤੇ ਉਸ ਦੀ ਮਦਦ ਮੈਂ ਤਦ ਕਰ ਪਾਵਾਂਗੀ ਜਦ ਮੇਰਾ ਰਿਲੀਜੀਅਸ ਸਪੋਰਟ ਕਿਸ ਤਰ੍ਹਾਂ ਹੋਏਗਾ। ਗੁਰਦੁਆਰੇ ਵਾਲੇ, ਕਮੇਟੀ ਵਾਲੇ, ਆਪਣੇ ਸਰਦਾਰ ਲੋਕ, ਆਪਣੇ ਸਰਦਾਰ ਐਕਟਿਵਿਸਟ ਕਿੰਨੇ ਨੇ, ਆਪਣੇ ਸਰਦਾਰ ਜਿਹੜੇ ਬੜੇ ਬਜ਼ੁਰਗ ਨੇ, ਉਹਨਾਂ ਦਾ ਸਪੋਰਟ ਜਦ ਹੋਏਗਾ। ਮੈਂ ਇੱਕ ਛੋਟੀ ਚੀਜ਼ ਕਰਨ ਜਾਂਦੀ ਹਾਂ ਤੇ ਮੈਨੂੰ ਪਿੱਛੋਂ ਛੁਰਾ ਭੋਗ ਦਿਆ ਜਾਂਦਾ ਹੈ, ਤੇ ਉਹ ਕੌਣ ਭੋਗਦਾ ਹੈ? ਆਪਣੇ ਖੁਦ ਸਰਦਾਰ ਕਮਿਊਨਿਟੀ। ਤੇ ਮੇਰੇ ਕੋਲ ਜਿੰਨੇ ਰਿਸੋਰਸਿਸ ਨੇ, ਮੈਨੂੰ ਕਾਲ ਆਏਗਾ, ਮੈਂ ਕਾਉਂਸਲ ਕਰ ਸਕਦੀ ਹਾਂ ਬੱਚੀ ਨੂੰ, ਮੈਂ ਫ੍ਰੀ ਕੇਸ ਲੜ ਸਕਦੀ ਹਾਂ, ਮੈਂ ਉਹਨੂੰ ਸਮਝਾ ਸਕਦੀ ਹਾਂ, ਮੈਂ ਉਹਨੂੰ ਕੋਈ ਤੰਗ ਕਰ ਰਿਹਾ ਉਹਨੂੰ ਤੱਕ ਫੋਨ ਕਰਕੇ ਕਹਿੰਦੀ ਹਾਂ ਕਿ ਹਾਂ ਤੁਹਾਨੂੰ ਕੀ ਗੱਲ ਹੈ ਦੱਸੋ। ਮੈਂ ਇੱਦਾਂ ਦੇ ਕਿੰਨੇ ਮੈਟਰ ਫੋਨ 'ਚ ਹੀ ਸੋਲਵ ਕੀਤੇ ਨੇ। ਜਾਂ ਕੋਈ ਕੁੜੀ ਡੋਮੈਸਟਿਕ ਵਾਇਲੈਂਸ ਦੀ ਸ਼ਿਕਾਰ ਮੈਨੂੰ ਹੈਲਪ ਕਰਦੀ ਹੈ, ਮਤਲਬ ਕਾਲ ਕਰਦੀ ਹੈ, ਇੱਕ ਵਾਰੀ ਉਹਨੇ ਮੈਨੂੰ ਕਿਹਾ ਕਿ ਪਲੀਜ਼ ਮੇਰੀ ਹੈਲਪ ਕਰੋ, ਮੈਂ ਪੂਰੀ ਕੋਸ਼ਿਸ਼ ਕੀਤੀ ਕਿ ਮੈਂ ਉਹਦੀ ਹੈਲਪ ਕਰਾਂ। ਬਾਅਦ 'ਚ ਉਹ ਡਰ ਗਈ, ਕਹਿੰਦੀ ਮੈਂ ਸੁਸਾਇਟੀ 'ਚ ਨਹੀਂ ਜਾ ਸਕਦੀ। ਸਮਝ ਰਹੇ ਹੋ ਤੁਸੀਂ ਮੇਰੀ ਗੱਲ? ਮੈਂ ਕਿਹਾ ਚਲੋ ਠੀਕ ਹੈ, ਮੈਂ ਉਹਨੂੰ ਕੌਨਫੀਡੈਂਸ਼ੀਅਲ ਵੀ ਰੱਖਾਂਗੀ, ਬਟ ਅਗਰ ਮੇਰੇ ਕੋਲ ਕੋਈ ਮੈਂਬਰ ਹੁੰਦੇ, ਕੋਈ ਪਾਰਟ ਹੁੰਦਾ ਜਿਹੜਾ ਮਿਲ ਕਰ ਮੇਰੇ ਨਾਲ ਉਸ ਚੀਜ਼ ਨੂੰ ਕੌਨਫੀਡੈਂਸ਼ੀਅਲ ਰੱਖਦੇ, ਮੇਰੇ ਨਾਲ 4 ਸਪੋਰਟ ਔਰ ਹੁੰਦਾ, ਤੇ ਮੈਂ ਉਸ ਚੀਜ਼ ਨੂੰ ਬੈਟਰ ਨਹੀਂ ਕਰ ਸਕਦੀ ਸੀ। ਬਰਕਤ ਕੌਰ ਹੋਰਾਂ ਨੇ ਬੜੇ ਖੁੱਲ੍ਹ ਕੇ ਗੱਲ ਕੀਤੀ ਹੈ ਕਿ ਜਿੱਥੇ ਨਿੱਜੀ ਤੌਰ 'ਤੇ ਸਾਨੂੰ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ, ਉੱਥੇ ਸਮਾਜਿਕ ਪੱਖੋਂ ਵੀ ਸਾਨੂੰ ਸੁਚੇਤ ਹੋਣਾ ਚਾਹੀਦਾ ਕਿ ਸਾਡਾ ਸਿੱਖ ਸਮਾਜ ਕਿਸ ਬੰਨੇ ਜਾ ਰਿਹਾ। ਇਹਨਾਂ ਨੇ ਪ੍ਰਸ਼ਨ ਤੇ ਚੁੱਕੇ ਨੇ, ਪ੍ਰਸ਼ਨ ਕਮੈਂਟਾਂ ਰਾਹੀਂ ਤੁਸੀਂ ਇਹਨਾਂ ਦੇ ਉੱਤਰ ਸਾਡੇ ਤੱਕ ਪਹੁੰਚਾ ਸਕਦੇ ਹੋ, ਪਰ ਜਿਹੜੇ ਉੱਤਰ ਨੇ ਉਹ ਕਿਸੇ ਪੱਖਪਾਤ ਦੀ ਬਿਰਤੀ ਦੇ ਸ਼ਿਕਾਰ ਨਹੀਂ ਹੋਣੇ ਚਾਹੀਦੇ, ਨਾ ਹੀ ਉਹਨਾਂ ਵਿੱਚ ਨਕਾਰਾਤਮਕ ਸੋਚ ਹੋਣੀ ਚਾਹੀਦੀ। ਇੱਕ ਸਕਾਰਾਤਮਕ ਢੰਗ ਨਾਲ, ਇੱਕ ਪੋਜ਼ਿਟਿਵਿਟੀ ਨਾਲ ਉਹਨਾਂ ਸਵਾਲਾਂ ਦੇ ਜਵਾਬ ਤੁਸੀਂ ਕਮੈਂਟਾਂ ਰਾਹੀਂ ਸਾਡੇ ਤੱਕ ਪਹੁੰਚਾ ਸਕਦੇ ਹੋ। ਬਰਕਤ ਕੌਰ ਹੋਰ ਰਤਨ ਜੋ ਕਿ ਵਕਾਲਤ ਦੇ ਪੇਸ਼ੇ ਨਾਲ ਸੰਬੰਧ ਰੱਖਦੇ ਨੇ, ਇੱਕ ਰੰਗਕਰਮੀ ਹੋਣ ਦੇ ਨਾਤੇ ਰੰਗਮੰਚ 'ਤੇ ਵੀ ਆਪਣੀਆਂ ਜਿਹੜੀਆਂ ਗਤੀਵਿਧੀਆਂ ਨੇ ਉਹ ਪੇਸ਼ ਕਰਦੇ ਆ ਰਹੇ ਨੇ। ਰੋਸ਼ਨੀ ਪ੍ਰੋਡਕਸ਼ਨ ਦੇ ਤਹਿਤ ਇਹ ਸਾਰੀਆਂ ਜਿਹੜੀਆਂ ਗਤੀਵਿਧੀਆਂ ਨੇ ਉਹ ਕਰਦੇ ਆ ਰਹੇ ਨੇ। ਇੱਕ ਸਮਾਜਿਕ ਸੇਵਕ ਹੋਣ ਦੇ ਨਾਤੇ ਵੀ ਜਿੱਥੇ ਸਮਾਜ ਭਲਾਈ ਦੇ ਖੇਤਰ ਵਿੱਚ ਨਿਰੰਤਰ ਤੌਰ 'ਤੇ ਆਪਣਾ ਯੋਗਦਾਨ ਪਾਉਂਦੇ ਰਹੇ ਨੇ, ਉੱਥੇ ਇਹਨਾਂ ਨੇ ਬੜੇ ਖੁੱਲ੍ਹ ਕੇ ਗੱਲ ਕੀਤੀ ਹੈ, ਖਾਸ ਕਰਕੇ ਕਸ਼ਮੀਰ ਦੇ ਜਿਹੜੇ ਸਿੱਖ ਸਮਾਜ ਹੈ ਉਸ ਦੀਆਂ ਪਰੇਸ਼ਾਨੀਆਂ ਨੂੰ ਲੈ ਕੇ, ਉੱਥੇ ਦਰਪੇਸ਼ ਆਉਂਦੀਆਂ ਸਮੱਸਿਆਵਾਂ ਨੂੰ ਲੈ ਕੇ ਤੇ ਉਹਨਾਂ ਦੇ ਸਮਾਧਾਨ ਨੂੰ ਲੈ ਕੇ। ਇੱਕ ਬਾਣੀ ਦੇ ਖਾਸ ਮੁਲਾਕਾਤ ਪ੍ਰੋਗਰਾਮ ਵਿੱਚ ਅੱਜ ਬਸ ਇੰਨਾ ਹੀ। ਆਪਣੇ ਅਜੀਜ਼ ਹਰਸਿਮਰਨ ਸਿੰਘ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।